सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 in Napanee. Quick Truck Lube, the one-stop shop. 519-622-0660 या quicktrucklube.com. QTL, because we care. Quick Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ क्विक ट्रक ल्यूब। ट्रक सर्विसिंग, वाह भाई वाह, कोई अपॉइंटमेंट नहीं, ड्राइव थ्रू फैसिलिटी यूज करो। 2 लोकेशंस तुसी जानते ही हो, एग्जिट 268 ऑन हाईवे 401 और एग्जिट 5 ऑन QEW। क्विक ट्रक ल्यूब, खुश होके परतोगे। मान लो 519 622 0660 519-622-0660 QTL, because we care. Quick Truck Lube. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਜੱਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਾਲੇ ਤਿਆਰ ਨਹੀਂ ਹੋਏ? ਜਾਣਾ ਨਹੀਂ ਜਸਮੀਤ ਹੋਰਾਂ ਦੀ ਪਾਰਟੀ 'ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨਹੀਂ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨਹੀਂ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ, ਵਿਨੀਪੈਗ, ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460।
ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6618858858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ ਬੇਕਰਸਫੀਲਡ ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੈਂ ਜਸਪ੍ਰੀਤ ਸਿੰਘ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ। ਅੱਜ ਦਿਨ ਹੈ ਜੀ ਬੁੱਧਵਾਰ ਅਤੇ ਤਰੀਕ ਹੈ 19 ਮਈ। ਇਸ ਤੋਂ ਪਹਿਲਾਂ ਕਿ ਅਸੀਂ ਖਬਰਾਂ ਦੀ ਪੜਚੋਲ ਵੱਲ ਵਧੀਏ, ਉਸ ਤੋਂ ਪਹਿਲਾਂ ਮੈਂ ਆਪ ਸਭ ਜੀ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੂੰਗਾ ਕਿ ਸਵਰਨ ਸਿੰਘ ਦਾਨੇਵਾਲੀਆ ਜੀ ਸਿਹਤ ਉਹਨਾਂ ਦੀ ਠੀਕ ਹੋ ਉਹਨਾਂ ਦੀ ਸਿਹਤ ਠੀਕ ਹੋ ਚੁੱਕੀ ਹੈ ਅਤੇ ਉਹ ਬਿਲਕੁਲ ਠੀਕ ਹੋ ਕੇ ਘਰ ਵਾਪਸ ਆ ਚੁੱਕੇ ਹਨ। ਹਾਲਾਂਕਿ ਡਾਕਟਰਾਂ ਵੱਲੋਂ ਉਹਨਾਂ ਨੂੰ ਕੁਝ ਦਿਨ ਰੈਸਟ ਕਰਨ ਦੀ ਹਦਾਇਤ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਉਹ ਹਜੇ ਕੁਝ ਦਿਨ ਹੋਰ ਪ੍ਰੋਗਰਾਮ ਪੇਸ਼ ਨਹੀਂ ਕਰਨਗੇ। ਅਤੇ ਇਸੇ ਦੌਰਾਨ ਅਸੀਂ ਜਸਵੀਰ ਸਿੰਘ ਭੱਟੀ ਜੀ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਉਹਨਾਂ ਨਾਲ ਖਬਰਾਂ ਦੀ ਪੜਚੋਲ ਕਰਾਂਗੇ। ਸੋ ਸਵਾਗਤ ਹੈ ਭੱਟੀ ਸਾਹਿਬ ਤੁਹਾਡਾ। ਹੈਲੋ ਜੀ ਭੱਟੀ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਜੀ ਪਹਿਲੀ ਗੱਲ ਤੇ ਇਹ ਹੈ ਜੀ, ਦਾਨੇਵਾਲੀਆ ਸਾਹਿਬ ਦੀ ਜਿਹੜੀ ਸਿਹਤ ਮਸਾਜ ਜਿਹੜੀ ਸੀ ਉਹ ਠੀਕ ਹੋਣੀ ਸ਼ੁਰੂ ਹੋਈ ਤੇ ਅਸੀਂ ਸ਼ੁਕਰਗੁਜ਼ਾਰ ਕਰਦੇ ਗੁਰੂ ਪਾਤਸ਼ਾਹ ਕਿ ਉਹਨਾਂ ਨੂੰ ਤੰਦਰੁਸਤੀ ਬਖਸ਼ਣ ਦਿੱਤਾ ਜਿੱਦੀ ਜਲਦੀ ਜੀ। तो पिछले हफ्ते एक हफ्ता जो रेडियो बांद्रा ਸੀ ਲੋਕਾਂ ਦੇ ਬੜੇ ਟੈਲੀਫੋਨ ਆਉਂਦੇ ਸੀ ਕੀ ਗੱਲ ਜਦੋਂ ਉਹਨਾਂ ਨੂੰ ਦੱਸੀ ਤਾਂ ਸੀ ਕਿ ਦਾਨੇਵਾਲੀਆ ਸਾਹਿਬ ਤੇ ਇਸ ਤਰ੍ਹਾਂ ਉਹਨਾਂ ਦਾ ਹਮਲਾ ਆਇਆ ਤੇ ਲੋਕ ਅਰਦਾਸਾਂ ਕਰਦੇ ਸੀ। ਅਸੀਂ ਉਹਨਾਂ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸੌਖੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਗਾਨੇ ਦਾ ਸੱਚੇ ਜਾਪ ਹੋ ਕੇ ਆਪਣੇ ਘਰ ਆਏ ਨੇ। ਗੁਰੂ ਸਾਹਿਬ ਦਾ ਸ਼ੁਕਰ ਕਰਦੇ, ਸ਼ੁਕਰਾਨਾ ਕਰਦੇ ਜੀ ਬਿਲਕੁਲ। ਸੋ ਹੁਣ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਤੇ ਖਬਰਾਂ ਦੀ ਪੜਚੋਲ ਕਰਨੀ ਸ਼ੁਰੂ ਕਰਾਂਗੇ। ਸੋ ਖਬਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਜਿਹੜੀ ਖਬਰ ਹੈ ਉਹ ਅਸੀਂ ਲੈਣੀ ਚਾਹਾਂਗੇ ਕਰੋਨਾ ਮਹਾਂਮਾਰੀ ਨੂੰ ਲੈ ਕੇ ਹੀ। ਅਤੇ ਇਸੇ ਦੌਰਾਨ ਜਿਹੜਾ ਇੱਕ ਗਊ ਮੂਤਰ ਦੀ ਵੀ ਗੱਲ ਹੁੰਦੀ ਹੈ ਕਿ ਉਹਦੇ ਨਾਲ ਵੀ ਇਲਾਜ ਹੋ ਜਾਂਦਾ। ਅਤੇ ਬੀਬੀ ਗੁਰਦੇਵ ਕੌਰ ਹਿਸਾਰ ਤੋਂ ਨੇ ਜੋ ਉਹਨਾਂ ਨੇ ਗਊ ਮੂਤਰ ਪੀਣ ਦੇ ਪੈਣ ਵਾਲੇ ਜਿਹੜੇ ਪ੍ਰਭਾਵ ਨੇ ਉਹਨਾਂ ਬਾਰੇ ਗੱਲ ਕੀਤੀ ਹੈ। ਸੋ ਕੀ ਹੈ ਜੀ ਗੱਲਬਾਤ? ਇਹ ਬੀਬੀ ਗੁਰਦੇਵ ਕੌਰ ਜੀ ਇੱਕ ਸੰਸਥਾ ਚਾਹੁੰਦੇ ਲੋਕ ਪੰਚਾਇਤ ਜੀ। ਇਹਦੇ ਵਿੱਚ ਮਹਿਲਾਵਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਦੀ ਦੂਰ ਕਰਦੇ, ਉਹਨਾਂ ਦੀ ਖਾਤਰ ਲੜਾਈ ਕਰਦੇ, ਸਰਕਾਰਾਂ ਨਾਲ ਜਾ ਕੇ ਉਹਨਾਂ ਦੀ ਮੈਟਰ ਟੇਕਅਪ ਕਰਦੇ ਜੀ। ਕਿਸਾਨ ਅੰਦੋਲਨ ਨਾਲ ਵੀ ਬੜੀ ਚੰਗੀ ਤਰ੍ਹਾਂ ਜੁੜੇ ਨੇ। ਬਾਕੀ ਵੀ ਉਹ ਜਿਹੜੇ ਜਦੋਜਹਿਦ ਕਿਤੇ ਸਮਾਜ ਦੇ ਵਿੱਚ ਕੋਈ ਘਟਨਾ ਵਾਪਰਦੀ ਤੇ ਉਹਨੂੰ ਬੜੀ ਮੁਸਤੈਦੀ ਨਾਲ ਉਹਦੇ ਤੇ ਕੰਮ ਕਰਦੇ ਨੇ ਜੀ। ਔਰ ਤਾਂ ਇਹ ਖੁਸ਼ੀ ਦੀ ਗੱਲ ਹੈ ਕਿ ਉਹ ਸਾਡੇ ਸਮਾਜਾਂ ਦੇ ਰੈਗੂਲਰ ਰਿਸ਼ਤੇਦਾਰ ਜੀ। ਉਹ ਰਿਸ਼ਤੇਦਾਰ ਹੋਣ ਕਰਕੇ ਜਿਹੜਾ ਵਾ ਉਹਨਾਂ ਦੇ ਮੈਨੂੰ ਅੱਜ ਸਵੇਰੇ ਫੋਨ ਆਇਆ ਉਹਨਾਂ ਦਾ। ਉਹ ਕਹਿੰਦੇ ਨੇ ਆਪਣੀ ਬੇਟੀ ਨੂੰ ਕਿਹਾ ਵੀ ਜਸਵੀਰ ਭੱਟੀ ਦਾ ਮੈਨੂੰ ਨੈਟ ਤੋਂ ਫੋਨ ਲੱਭ ਕੇ ਦੇ ਜੀ। ਉਹਦਾ ਪਤਾ ਨਹੀਂ ਕਿਵੇਂ ਫੋਨ ਲੱਭਾ, ਮੇਰੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਜਿਹੜੀ ਗੱਲ ਕੀਤੀ ਅਸੀਂ ਜ਼ਰੂਰ ਸਾਂਝੀ ਕਰਾਂਗੇ। ਉਹਨਾਂ ਆਪਣਾ ਤਜਰਬਾ ਇਹ ਗੱਲ ਦੱਸੀ ਵੀ ਹਾਲਾਤ ਕੀ ਨੇ ਸਾਡੇ। ਉਹ ਕਹਿੰਦੇ ਕੱਲ ਤੁਸੀਂ ਖਬਰ ਸਾਂਝੀ ਕੀਤੀ ਸੀ ਇੱਕ ਬੀਬੀ ਸਾਧੀ ਪ੍ਰਗਿਆ ਦੀ ਜੀ। ਉਹਦੇ ਬਾਰੇ ਉਹਨਾਂ ਕਿਹਾ ਵੀ ਮੇਰਾ ਆਪਣਾ ਤਜਰਬਾ ਵਾ, ਮੈਂ ਕਿਸੇ ਤਜਰਬੇ ਦੀ ਗੱਲ ਨਹੀਂ ਕਰਦੀ ਜੀ। ਮੈਨੂੰ ਕੋਈ ਤਕਲੀਫ ਸੀ ਤੇ ਮੈਨੂੰ ਕਿਸੇ ਨੇ ਕਿਹਾ ਵੀ ਜਿਹੜਾ ਪਤੰਜਲੀ ਵਾਲੇ ਸਲਾਮ ਬਣਾਉਂਦੇ ਨੇ ਸੇ ਗਊ ਮੂਤਰ ਜਿਹੜਾ ਛਾਣਬੀਣ ਕਰਕੇ ਉਹਨੂੰ ਬਣਾਉਂਦੇ ਤੋਂ ਲੈ ਕੇ ਤੁਸੀਂ ਵੀ ਤੁਹਾਡੀ ਜਿਹੜੀ ਉਹ ਠੀਕ ਹੋ ਜਾਏ ਜੀ।
ਉਹ ਕਹਿੰਦੇ ਉਹ ਪੀਣ ਦੇ ਨਾਲ ਠੀਕ ਹੋਣਾ ਤਾਂ ਬੜੀ ਦੂਰ ਦੀ ਗੱਲ, ਉਲਟਾ ਮੈਂ ਗੰਠੀਏ ਦੀ ਬਿਮਾਰੀ ਜਿਹੜੀ ਸੀ ਉਹ ਤੋਂ ਖਰੀਦਦੀ ਜੀ, ਮੈਨੂੰ ਗੈਂਠੀਆ ਹੋ ਗਿਆ ਜੀ, ਤੇ ਗੈਂਠੀਆ ਤੁਹਾਨੂੰ ਪਤਾ ਇਲਾਜ ਕੋਈ ਨਹੀਂ ਹੈਗਾ ਜਿੱਦਾਂ। ਬਿਲਕੁਲ ਜੀ। ਲੇਕਿਨ ਫੇਰ ਹੀ ਉਹ ਬੀਬੀ ਜੀ ਦੀ ਮੈਂ ਜਦੋਂ ਆਵਾਜ਼ ਸੁਣੀ ਕਿ ਆਵਾਜ਼ ਚ ਪੂਰਾ ਦਮ ਸੀਨੇ ਲੱਗਦਾ ਸੀ, ਉਹ ਬਿਮਾਰ ਨਹੀਂ ਕੋਈ ਤੰਦਰੁਸਤ ਜੀ। ਲੇਕਿਨ ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ, ਹੱਥ ਜੋੜ ਕੇ ਬੇਨਤੀ ਕੀਤੀ ਕਿ ਇਹ ਗਲਤੀ ਬਿਲਕੁਲ ਨਾ ਕਰਿਓ। ਜਦੋਂ ਕਹਿੰਦੇ ਉਹ ਜਿਹੜੀ ਸ਼ੀਸ਼ੀ ਸੀ, ਜਿਹੜੀ ਬੋਤਲ ਸੀ ਗਊਮੂਤਰ ਪਾਇਆ ਸੀ, ਉਹਦੇ ਥੱਲੇ ਇੰਨਾ ਗੰਦ ਜੰਮਿਆ ਸੀ, ਇੱਕ ਵਾਰੀ ਨਹੀਂ ਸੀ ਕਰਦਾ ਜੀ। ਹੁਣ ਕਹਿੰਦੇ ਜੀ ਕੱਪੜ ਛਾਣ ਕਰਕੇ ਪੀਓ ਤੁਸੀਂ ਜੀ, ਵਾਟ ਨਾਉਂਸੈਂਸ। ਦਵਾਈਆਂ ਕਾਹਦੇ ਵਾਸਤੇ ਨੇ? ਬੀਬੀ ਗੁਰਦੇਵ ਜੀ ਕੌਰ ਜੀ ਕਹਿੰਦੇ ਤੇ ਫਿਰ ਪ੍ਰਗਿਆ ਨੂੰ ਚਾਹੀਦਾ ਵੀ ਆਪਣੇ ਸਾਰੇ ਸੈਂਟਰ ਬੰਦ ਕਰ ਦਿਓ। ਬਿਲਕੁਲ ਜੀ। ਗਊ ਮੂਤਰ ਰੱਖ ਦਿਓ ਥਾਂ ਥਾਂ ਤੇ, ਪਿਆਰਿਓ ਲੋਕਾਂ ਨੂੰ ਪਹਿਲਾਂ ਆਪ ਸ਼ੁਰੂ ਕਰੋ, ਤੁਸੀਂ ਆਪ ਬਿਮਾਰ ਜੇ ਜੀ। ਪਹਿਲਾਂ ਆਪਣੀ ਬਿਮਾਰੀ ਤੁਸੀਂ ਜਿਹੜੀ ਆ ਉਹ ਗਊ ਮੂਤਰ ਕਰਕੇ ਦੂਰ ਕਰੋ, ਫਿਰ ਗੱਲ ਕਰੋ ਦੂਜਿਆਂ ਦਾ ਜੀ। ਪਤਾ ਨਹੀਂ ਅਸੀਂ ਕਿਹੜੀ ਦੁਨੀਆ 'ਚ ਵਸ ਰਹੇ ਹਾਂ ਜੀ। ਵੱਡੇ ਵੱਡੇ ਵਿਦਵਾਨ ਜਿਹੜੇ ਸਾਡੇ ਇਹਨਾਂ ਦੇ ਹੈਗੇ RS ਦੇ, ਉਹ ਕਹਿੰਦੇ ਜੀ ਵੇਖੋ ਜੀ ਜਿਹੜੀ ਤੇ ਅੱਜ ਮਿਜ਼ਾਈਲ ਦੀ ਗੱਲ ਕਰਦੇ ਤੇ 5000 ਪਹਿਲਾਂ ਸ਼ੁਰੂ ਕਰਦੀ ਸੀ ਜੀ। ਜੀ ਬਿਲਕੁਲ ਜੀ। ਮਹਾਭਾਰਤ ਦੇ ਵੇਲੇ ਨਾਲ ਚੱਲਦੀ ਰਹੀ ਹੈ ਜੀ। ਜੀ। ਜਿਹੜੀ ਸਰਜੀ ਦੀ ਤੁਸੀਂ ਗੱਲ ਕਰਦੇ, ਜਿਹੜੀ ਗਣੇਸ਼ ਦੀ ਅਸੀਂ ਬਣਾਉਂਦੇ ਸੀ, ਹੱਥ 'ਚ ਸਿਰ ਲਾਤਾ ਉਹਨੂੰ ਜੀ। ਜੀ। ਇਹ ਸਰਜੀ ਅੱਜ ਹੀ, ਅਸੀਂ ਤੇ ਬੜੀ ਪੁਰਾਣੀ ਸਰਜੀ ਦੀ ਗੱਲ ਕਰਦੇ। ਮੇਰਾ ਕਹਿਣ ਤੋਂ ਤਾਂ ਲੋਕਾਂ ਨੂੰ ਵਿਰੋਧ ਨਾ ਕਰੋ ਤੇ ਬੀਬੀ ਗੁਰਦੇਵ ਕੌਰ ਜੀ ਦੀ ਬੇਨਤੀ ਉਹਨੂੰ ਪ੍ਰਵਾਨ ਜ਼ਰੂਰ ਕਰੋ। ਗਊ ਮੂਤਰਾਂ ਦੀ ਗਲਤ ਨਾ ਕਰੋ। ਜੋ ਸਾਡੇ ਡਾਕਟਰ ਕਹਿੰਦੇ, ਜੋ ਵਿਗਿਆਨੀ ਕਹਿੰਦੇ, ਉਹਨਾਂ ਤੇ ਪਹਿਰਾ ਦਿਓ, ਤਾਂ ਅਸੀਂ ਬਿਮਾਰੀ ਲੜ ਸਕਦੇ ਹਾਂ ਜੀ। ਕਰੋਨਾ ਕੋਈ ਸਧਾਰਨ ਬਿਮਾਰੀ ਨਹੀਂ ਜੀ। ਪਿੱਛੇ ਦੇ ਆਪਣਾ ਇੱਕ ਹਫ਼ਤਾ ਰੇਡੀਓ ਬੰਦ ਰਿਹਾ ਤੇ ਉਦੋਂ ਮੈਂ ਸਾਂਝਾ ਕੀਤਾ ਸੀ ਕਿ ਟੀਵੀ ਤੇ ਵੀ ਇੱਕ ਬਕਾਇਦਾ ਤੌਰ ਤੇ ਅਕਾਲ ਪਟੇਲ ਦੀ ਇੱਕ ਛਪੀ ਸੀ, ਆਪਣੀ ਰਿਪੋਰਟ ਛਪੀ ਸੀ ਪੰਜਾਬ ਕਿਸੇ ਜਗਮਣੀ ਜੀ। ਉਹਨੇ ਇੰਨੀ ਗੱਲ ਕਹੀ ਸੀ ਕਿ 25 ਸਾਲ ਲਗਭਗ ਭਾਜਪਾ ਦਾ ਰਾਜ ਹੈ ਗੁਜਰਾਤ ਦੇ ਵਿੱਚ ਜੀ। ਗੁਜਰਾਤ 'ਚ ਇਹ ਦੱਸਦੇ ਸਾਨੂੰ BJP ਵੀ ਇੱਕ ਵੀ ਕੋਈ ਵੱਡਾ ਹਸਪੀਟਲ ਬਣਾਇਆ ਉੱਥੇ ਜੀ, ਕੋਈ ਵੱਡੀ ਸੰਸਥਾ ਖੋਲੀ ਉੱਥੇ ਜੀ। ਤੁਸੀਂ ਗੱਲਾਂ ਕਰਦੇ ਵੀ ਗਊ ਪੁੱਤਰ ਪੀਣਾ ਤਾਂ ਸਭ ਠੀਕ ਹੋ ਜਾਊਗਾ ਜੀ। ਬਿਲਕੁਲ ਜੀ। ਚੈਰਿਟੀ ਬਿਗਨ ਦਾ ਫਰਮ ਹੋਮ, ਤੁਸੀਂ ਆਪਣੇ ਘਰੋਂ ਸ਼ੁਰੂ ਕਰੋ ਪਹਿਲਾਂ ਕੰਮ ਹੈ। ਬਿਲਕੁਲ ਜੀ। ਲੋਕਾਂ ਨੂੰ ਪੀ ਕੇ ਦਿਖਾਓ, ਤੁਸੀਂ ਲੋਕਾਂ ਨੂੰ ਕਹਿੰਦੇ ਪੀ ਆਪ ਤੁਸੀਂ ਦਵਾਈਆਂ ਖਾਂਦੇ ਹੋ ਜੀ। ਬੀਬੀ ਸਾਧ ਵੀ ਬਿਮਾਰ ਹੋ ਗਈ ਤੇ ਬਕਾਇਦਾ ਤੌਰ ਤੇ 에ਅਰ ਐਂਬੂਲੈਂਸ ਨੇ ਉਹਨੂੰ ਏਮਸ ਦਾਖਲ ਕਰ ਜਾ ਕੇ ਜੀ। ਉਦੋਂ ਗਊਮੂਤਰ ਪੀਣੇ ਦੀ ਕਿਉਂ ਨਹੀਂ ਕਰਨੀ ਹੈ? ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ। ਦਿੱਲੀ ਦੇ ਵਿੱਚ ਵੇਖੋ ਜਿਹੜੇ ਪੋਸਟਰ ਲੱਗੇ ਸੀਗੇ, ਉਹਨਾਂ 27 ਬੰਦਿਆਂ ਤੇ ਉਹਦੇ ਪਰਚੇ ਦੇ ਕੇ ਅੰਦਰ ਬੰਦ ਕਰ ਦਿੱਤੇ ਗਏ। ਉਹ ਬੰਦੇ ਕੌਣ ਸੀਗੇ ਜੀ? ਫਿਰ ਉਹ ਪੋਸਟਰ ਲਾਉਣ ਵਾਲੇ ਬੰਦੇ ਦਿਹਾੜੀਦਾਰ ਸੀ, ਜਿਨ੍ਹਾਂ ਨੇ 200 400 500 ਦਿਹਾੜੀਦਾਰੀ ਚੋਂ ਫਰਕ ਅੰਦਰ ਕਰ ਦਿੱਤੇ ਕਿ ਤੁਸੀਂ ਪੋਸਟ ਲਾ ਰਹੇ। ਉਹ ਕਹਿੰਦੇ ਸਾਨੂੰ ਨਹੀਂ ਪਤਾ, ਅਸੀਂ ਦਿਹਾੜੀਦਾਰ ਬੰਦੇ ਅੰਦਰ ਫੜ ਕੇ ਕਰਤੇ। ਕਿਆ ਉਹਨਾਂ ਨੇ ਕੀ ਇਹੋ ਹੀ ਕਿਹਾ ਨਾ ਕਿ ਮੋਦੀ ਜੀ ਇਹ ਦੱਸੋ ਵੀ ਸਾਡੇ ਇੱਥੇ ਦਵਾਈਆਂ ਦੀ ਸਖਤ ਘਾਟ ਹੈ, ਵਿਦੇਸ਼ਾਂ ਨੂੰ ਕਿਉਂ ਭੇਜੀਆਂ ਗਈਆਂ? ਬਿਲਕੁਲ ਜੀ। ਪੁੱਛਿਆ ਗਿਆ ਤੁਸੀਂ ਪਰਚੇ ਕਰਦੇ ਤੇ ਇੱਥੇ ਵੀ ਪਰਚੇ ਕਰੋ ਜਿਹੜੇ ਗੁੰਮਰਾਹ ਕਰ ਰਹੇ ਲੋਕਾਂ ਨੂੰ। ਬਿਲਕੁਲ ਜੀ। ਸਵਾਲ ਤਾਂ ਫਿਰ ਇਹ ਕਰਨੇ ਨਾ ਦਿੰਦੇ ਜੀ। ਤੇ ਬੀਬੀ ਗੁਰਦੇਵ ਜੀ ਜਿਹੜੀ ਸਭ ਨੂੰ ਸਿੱਖਿਆ ਦਿੱਤੀ ਹੈ ਜੀ, ਮੈਂ ਸੋਚਦਾ ਸਾਰੇ ਉੱਤੇ ਅਮਲ ਕਰਨਾ ਚਾਹੀਦਾ ਵਾ। ਇਹ ਉਹਦੇ ਪੁੱਠੇ ਕੰਮੇ ਪਾਸੇ ਨਹੀਂ ਜਾਣਾ ਚਾਹੀਦਾ। ਜਿਹੜੇ ਜਾਂਦੇ ਆ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਵਾ। ਜਿਹੜੇ ਗੁੰਮਰਾਹ ਕਰਦੇ ਉਹਨਾਂ ਤੇ ਮੁਕੱਦਮੇ ਦਰਜ ਕਰਕੇ ਅੰਦਰ ਸੁੱਟੋ ਜੀ। ਜੀ ਬਿਲਕੁਲ ਜੀ। ਜੀ ਸੋ ਕਰੋਨਾ ਵੈਕਸੀਨ ਬਹੁਤ ਗੁਆਂਢੀ ਮੁਲਕਾਂ ਨੂੰ ਤੇ ਵਿਦੇਸ਼ਾਂ ਨੂੰ ਭੇਜੀ ਹੈ ਜੀ ਭਾਰਤ ਨੇ, ਤੇ ਆਪਣੇ ਗੁਆਂਢੀ ਮੁਲਕਾਂ 'ਚੋਂ ਇੱਕ ਸਾਡੇ ਤੋਂ ਹੀ ਵਿਛੜਿਆ ਹੋਇਆ ਹੈ ਪਾਕਿਸਤਾਨ। ਉੱਥੋਂ ਦੀ ਖਬਰ ਹੈ ਕਿ ਕਰੋਨਾ ਵੈਕਸੀਨ ਲਗਾਉਣ ਲਈ ਰਿਸ਼ਵਤ ਲੈ ਰਹੇ ਸੀ ਤੇ 18 ਅਧਿਕਾਰੀ ਮੁਅੱਤਲ ਹੋ ਗਏ ਆ। ਸੋ ਕੀ ਹੈ ਜੀ ਖਬਰ? ਦੇਖੋ ਜੀ, ਬੜੀ ਖੁਸ਼ੀ ਦੀ ਗੱਲ ਆ ਵੀ ਉਹਨਾਂ 18 ਜਿਹੜੇ ਅਧਿਕਾਰੀ ਨੇ ਮੁਅੱਤਲ ਕਰ ਦਿੱਤੇ ਜੀ। ਸਾਡੇ ਤੇ ਅਸੀਂ ਫ੍ਰੀ ਹੈਂਡ ਦੇਤਾ ਭਾਈ, ਪ੍ਰਾਈਵੇਟ ਵਾਲੇ ਜਿੰਨੇ ਮਰਜ਼ੀ ਪੈਸੇ ਨਾਲ। ਬਿਲਕੁਲ ਜੀ। ਤੁਹਾਨੂੰ ਅਸੀਂ ਇੰਨੇ ਦਾ ਜਿਹੜਾ ਕਰੋਨਾ ਵੈਕਸੀਨ ਵੇਚਿਆ, ਤੁਸੀਂ ਅੱਗੇ ਡਬਲ ਪੈਸੇ ਲੈ ਲਓ, ਫ੍ਰੀ ਹੈ ਨਹੀਂ ਤੁਸੀਂ ਜੀ। ਲੇਕਿਨ ਉੱਥੇ ਲਾਹੌਰ ਦੀ ਇੰਸਟੀਚਿਊਟ ਆ ਨਾ ਜੀ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਉਹਦੀ ਸਿਹਤ ਸੰਸਥਾ ਵਾ, ਉੱਥੇ 18 ਅਧਿਕਾਰੀ ਇਹਨਾਂ ਨੇ ਉਹ ਮੁਅੱਤਲ ਕੀਤੇ ਜੇ ਟੀਕਾ ਲੈਣ ਦੇ ਪੈਸੇ, ਜਿਹੜਾ ਵੈਕਸੀਨ ਲਾਉਣ ਦੇ ਪੈਸੇ ਲੈਂਦੇ ਸੀ ਜੀ। ਅਸੀਂ ਇਹਨੂੰ ਗਰੀਬ ਮੁਲਕ ਕਹਿੰਦੇ, ਪਾਕਿਸਤਾਨ ਗਰੀਬ ਮੁਲਕ, ਉਹਦੇ ਪੱਲੇ ਕੁਛ ਨਹੀਂ, ਉਹਦੀ ਆਰਥਿਕਤਾ ਡੁੱਬ ਗਈ, ਸਭ ਕੁਝ ਹੀ ਬੜੇ ਦੋਸ਼ ਲਾਉਣੇ ਉਹਦੇ ਤੇ। ਬਿਲਕੁਲ ਜੀ। ਲੇਕਿਨ ਸਾਡੇ ਨਾਲ ਤਾਂ ਚੰਗੇ ਵੀ ਜਿਹੜੇ ਪੈਸੇ ਦਿੰਦੇ ਸੀ, ਉਹਨਾਂ ਕਿਹਾ ਜੇ ਸਰਕਾਰ ਨੇ ਵੈਕਸੀਨ ਫ੍ਰੀ ਦਿੱਤੀ, ਤੁਸੀਂ ਪੈਸੇ ਦੇਣ ਵਾਲੇ ਕੌਣ ਹੋ? ਬਿਲਕੁਲ ਜੀ। ਜੀ
ਉਹਨਾਂ 18 ਦਿਹਾੜੀ ਸਸਪੈਂਡ ਕਰਕੇ ਕਰਤੇ ਤੇ ਕੱਲ ਨੂੰ ਜੇ ਕੋਰਟ ਕੇਸ ਹੋਇਆ ਤੇ ਉਹਨੂੰ ਸਜ਼ਾ ਵੀ ਹੋ ਸਕਦੀ ਹੈ ਜੀ। ਤੇ ਅਸੀਂ ਤੇ ਲਾਇਸੈਂਸ ਦੇ ਰਹੇ ਵੀ ਤੁਸੀਂ ਜਿੱਦਾਂ ਮਰਜ਼ੀ ਪੈਸੇ ਦਿਓ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ। ਬਿਲਕੁਲ ਜੀ। ਜਦੋਂ ਵੀ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਵਿੱਚ, ਹਿੰਦੁਸਤਾਨ ਦੇ ਇਤਿਹਾਸ ਤੁਸੀਂ ਲੈ ਲਓ, ਤੇ ਪੋਲੀਓ ਰਹੀ ਹੈ ਤੇ ਚਿੱਚ ਰਹੀ ਹੈ, ਬੜੀਆਂ ਭਿਆਨਕ ਬਿਮਾਰੀਆਂ ਰਹੀਆਂ ਜੀ। ਉਹਨਾਂ ਦੀ ਕਿਸੇ ਵੀ ਵੈਕਸੀਨ ਦੇ ਪੈਸੇ ਨਹੀਂ ਸਰਕਾਰ ਨੇ ਸਾਰੇ ਨੂੰ ਫ੍ਰੀ ਲਾਈ ਹੈ। ਜੇ ਪਹਿਲੀ ਵਾਰੀ ਹੈ ਕੋਈ ਵੈਕਸੀਨ ਦੇ ਪੈਸੇ ਲੈ ਜੀ। ਬੜੀ ਜਸਪ੍ਰੀਤ ਦੀ ਦੁੱਖ ਦੀ ਗੱਲ ਮੈਂ ਇੱਕ ਅਖਬਾਰ 'ਚ ਪੜ੍ਹ ਰਿਹਾ ਸੀ ਜੀ। ਜਿਹੜੀ ਕੈਂਸਰ ਦੀ ਦਵਾਈ ਉਹ 2.5 ਲੱਖ ਰੁਪਏ ਦੀ ਦਵਾਈ ਸੀ, 2.5 ਲੱਖ ਰੁਪਏ ਜੀ। 20 ਸਾਲ ਤੱਕ ਤੁਸੀਂ ਉਹਦੀ ਜਿਹੜੀ ਸੀ ਕਾਪੀ ਨਹੀਂ ਸੀ ਕਰ ਸਕਦੇ। ਅੱਛਾ ਕੋਈ ਜੀ। ਦੂਸਰੀ ਕੋਈ ਵੀ ਕੰਪਨੀ ਨਹੀਂ ਸੀ ਬਣਾ ਸਕਦੀ ਜੀ। 20 ਸਾਲ ਬਾਅਦ ਵਜੋਂ ਜਦੋਂ ਬਾਕੀ ਕੰਪਨੀਆਂ ਦੀ ਦਵਾਈ ਉਹਦੀ ਕੀਮਤ 8,000 ਰਹਿ ਗਈ। ਜੀ। ਸਰਕਾਰ ਨੇ ਦੇਤਾ ਲੁੱਟਣ ਦਾ ਠੇਕਾ, ਤੁਸੀਂ ਲੋਕਾਂ ਨੂੰ ਲੁੱਟ ਲਓ, ਜਿਹਦੇ ਕਰਕੇ ਸਾਡੇ ਗਰੀਬ ਪਰਿਵਾਰ ਜਿਹੜੇ ਸੀ ਕਈ ਵਿਚਾਰੇ ਦਵਾਈ ਖੋਲੀ ਮਰ ਗਏ, ਦਵਾਈ ਨਹੀਂ ਮਿਲ ਸਕਦੀ। ਜੀ ਜੀ। ਸਰਕਾਰਾਂ ਨੂੰ ਅਕਲ ਕਰਨੀ ਚਾਹੀਦੀ ਆ। ਇਹ ਸਰਕਾਰਾਂ ਦੀ ਡਿਊਟੀ ਬਣਦੀ ਆ, ਨੈਸ਼ਨਲ ਡਿਊਟੀ ਬਣਦੀ ਆ ਕਿ ਉਹ ਇਹਨਾਂ ਦੀ ਜਿਹੜੀਆਂ ਲੋਕਾਂ ਦੀ ਸਿਹਤ ਦਾ ਤੇ ਐਜੂਕੇਸ਼ਨ ਦਾ ਖਾਸ ਖਿਆਲ ਰੱਖਣ ਜੀ। ਅਸੀਂ ਜਿਹੜੇ ਆਪਣੇ ਸਕੂਲ ਵੀ ਬੰਦ ਕਰਦੇ, ਸਰਕਾਰੀ ਕਾਲਜ ਵੀ ਬੰਦ ਕਰ ਰਹੇ ਅਸੀਂ, ਤੇ ਫਿਰ ਸਵਾ ਸਰੀ ਮਾੜੀ ਮੋਟੀ ਉਹਨਾਂ ਦਾ ਬੁਰਾ ਹਾਲ, ਤੇ ਪ੍ਰਾਈਵੇਟ ਨੂੰ ਕਹਿੰਦੇ ਲੁੱਟੀ ਜਾਓ, ਜੋ ਕਰਨਾ ਖਰੀ ਤੁਹਾਨੂੰ ਪੁੱਛਣ ਵਾਲਾ। ਜੀ। ਕੱਲ ਮਜੀਠੀਆ ਸਾਹਿਬ ਨੇ ਪ੍ਰੈਸ ਨੂੰ ਕੀਤੀ, ਉਹਨੇ ਕਿਹਾ 21 ਲੱਖ ਰੁਪਇਆ ਕਰੋਨਾ ਦੇ ਮਰੀਜ਼ ਦਾ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਨੇ ਬਿੱਲ ਬਣਾਇਆ ਜੀ। ਦੂਜੇ ਪਾਸੇ ਸਾਡੇ ਸਿਹਤ ਮੰਤਰੀ ਕਹਿੰਦੇ ਸੀ ਕਾਰਵਾਈ ਕਰਾਂਗੇ। ਕਰੋ ਕਾਰਵਾਈ। ਬਿਲਕੁਲ ਜੀ। ਜੋ ਫੜ ਕੇ ਅੰਦਰ ਉਹਨਾਂ ਨੂੰ ਕਿਉਂ ਨਹੀਂ ਕਰਦੇ ਤੁਸੀਂ? ਜੀ। ਕਿਉਂਕਿ ਹੋ ਸਕਦਾ ਉਹਨਾਂ ਦਾ ਰਿਸ਼ਤੇਦਾਰ ਹੋਵੇ, ਹੋ ਸਕਦਾ ਉਹਨਾਂ ਦੀ ਸਾਂਝ ਭੈੜੀ ਹੋਵੇ, ਗੱਲਾਂ ਕਰਨੀਆਂ ਸੌਖੀਆਂ, ਕੰਮ ਕਰਨੇ ਬੜੇ ਔਖੇ। ਇਸ ਕਰਕੇ ਅਸੀਂ ਇਹ ਕਹਾਂਗੇ ਵੀ ਜਿਹੜੀ ਕਰੋਨਾ ਦੀ ਜਿਹੜੀ ਆ ਉਹ ਦਵਾਈ ਜਿਹੜੀ ਆ ਉਹ ਸਹੀ ਲਈ ਜਾਵੇ ਤੇ ਸਹੀ ਕੰਮ ਕੀਤਾ ਜਾਵੇ। ਜੀ ਬਿਲਕੁਲ ਜੀ। ਸੋ ਇਹ ਤਾਂ ਹੋਈ ਜੀ ਕਰੋਨਾ ਦੀਆਂ ਗੱਲਬਾਤ। ਤੇ ਹੁਣ ਆਵਾਂਗੇ ਜੀ ਪੰਜਾਬ ਸਰਕਾਰ ਵੱਲ। ਤੇ ਸਿੱਧੂ ਨੇ ਫਿਰ ਤੋਂ ਟਵੀਟ ਕਰਤਾ, ਕੈਪਟਨ ਤੇ ਲਾਏ ਆ ਰਗੜੇ, ਤੇ ਮਜੀਠੀਆ ਤੇ ਬਾਦਲਾਂ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ ਕਾਰਵਾਈ। ਸੋ ਕੀ ਹੈ ਜੀ ਮਸਲਾ? ਸਿੱਧੂ ਸਾਹਿਬ ਨੂੰ ਹੁਣ ਟਵੀਟ ਨਹੀਂ ਕਰਨੇ ਚਾਹੀਦੇ। ਬਿਲਕੁਲ ਜੀ। ਜੀ। ਹੁਣ ਟਵੀਟਾਂ ਤੋਂ ਬਾਹਰ ਨਿਕਲ ਕੇ ਮੈਦਾਨੇ ਜੰਗ ਚ ਆਉਣਾ ਚਾਹੀਦਾ ਜੀ। ਸਿੱਧੂ ਸਾਹਿਬ ਨੇ ਟਵੀਟ ਕੀਤਾ ਕਿ ਨਸ਼ਿਆਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ, ਜਿਹੜਾ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਜੀ। ਦੂਜੀ ਵਾਅਦਾ ਕੀਤਾ ਸੀ ਬੇਅਦਬੀ ਦਾ, ਉੱਥੇ ਵੀ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਜੀ। ਜਿਹੜੇ ਬਿਜਲੀ ਖਰੀਦ ਸਮਝੌਤੇ ਕੀਤੇ ਸੀ ਉਹਨਾਂ ਤੇ ਕੋਈ ਵਾਈਟ ਪੇਪਰ ਜਾਰੀ ਨਹੀਂ ਕੀਤਾ ਗਿਆ ਜੀ। ਮਾਫੀਆ ਰਾਜ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ। ਬਸ ਜੇ ਕਿਤੇ ਕੈਪਟਨ ਸਰਕਾਰ ਨੇ ਕਾਰਵਾਈ ਕੀਤੀ ਹੈ ਤੇ ਬਾਦਲਾਂ ਤੇ ਮਜੀਠੀਆ ਨੂੰ ਬਚਾਉਣ ਵਾਸਤੇ ਕਾਰਵਾਈ ਕੀਤੀ, ਬਾਕੀ ਕੋਈ ਨਹੀਂ ਕੀਤੀ, ਉਹ ਵੀ ਆਪਣਿਆਂ ਤੇ ਕੀਤੀ ਜੀ। ਅੱਜ ਸਾਰੀ ਸਰਕਾਰ ਸਕਤੇ ਚ, MLA ਸਕਤੇ ਚ, ਸਾਰੇ ਚ ਬੇਚੈਨੀ ਪਾਈ ਜਾ ਰਹੀ ਹੈ ਜੀ। ਲੇਕਿਨ ਸਿੱਧੂ ਸਾਹਿਬ ਨੂੰ ਜਿਹੜੀ ਗੱਲ ਕਹੀ ਸੀ ਸੁੱਖੀ ਰੰਧਾਵੇ ਨੇ ਕਿ ਸਿੱਧੂ ਸਾਹਿਬ ਹੁਣ ਕੰਪਿਊਟਰ ਰੂਮ ਦੇ ਵਿੱਚ ਬਹਿ ਕੇ ਟਵੀਟ ਨਾ ਕਰੋ, ਟਵੀਟਾਂ ਤੋਂ ਬਾਹਰ ਮਿਲ ਕੇ ਲੋਕਾਂ ਦੀ ਗੱਲ ਸੁਣੋ ਜੀ, ਆਪਣੀ ਮਨ ਕੀ ਬਾਤ ਨਾ ਕਰੋ, ਲੋਕਾਂ ਦੀ ਗੱਲ ਕਰੋ ਜੀ। ਮੋਦੀ ਸਾਹਿਬ ਤੁਸੀਂ ਮਨ ਕੀ ਬਾਤ ਕਰੀ ਜਾਂਦੇ ਹੋ, ਬਾਕੀ ਕੁਝ ਕਰਦੇ ਨਹੀਂ ਜੀ। ਬਾਹਰ ਨਿਕਲੋ ਤੇ ਲੋਕ ਤਕਲੀਫਾਂ ਨੂੰ ਦੱਸਣਗੇ, ਉਹਨਾਂ ਦੀਆਂ ਦੂਰ ਕਰੋ। ਲੋਕ ਤੁਸੀਂ ਸੈਲੀਬ੍ਰਿਟੀ ਹੋ। ਕੈਪਟਨ ਅਮਰਿੰਦਰ ਸਿੰਘ ਦੀ ਪਹੁੰਚ ਸਿਰਫ ਪੰਜਾਬ ਤੱਕ ਹੋਏਗੀ ਜੀ। ਨਵਜੋਤ ਸਿੰਘ ਸਿੱਧੂ ਦੀ ਪਹੁੰਚ ਉਹ ਕਮਾਂਡਰੀ ਪੱਧਰ ਤੇ ਜਾਣਿਆ ਪਛਾਣਿਆ ਵਿਅਕਤੀ ਹੈ। ਬਿਲਕੁਲ ਜੀ। ਜੀ ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਤੱਕ ਸਾਰੇ ਪਾਸੇ ਨਾਮ ਹੈ ਬੰਦੇ ਦਾ ਜੀ। ਬਿਲਕੁਲ ਬਿਲਕੁਲ। ਇਸ ਕਰਕੇ ਕੈਪਟਨ ਦਾ ਤਾਂ ਉਹਦਾ ਕੋਈ ਮੁਕਾਬਲਾ ਨਹੀਂ। ਬਿਲਕੁਲ ਜੀ। ਲੇਕਿਨ ਸਿੱਧੂ ਦੇ ਵਿੱਚ ਵੀ ਦੋ, ਆਪਾਂ ਅੱਗੇ ਵੀ ਗੱਲ ਕੀਤੀ ਵੀ ਉਹਦੇ ਵਿੱਚ ਦੋ ਖੂਬੀਆਂ ਨੇ ਜੀ, ਬਾਕੀ ਸਭ ਸ਼ੱਕਾਂ ਨਹੀਂ ਹੋਣ। ਇੱਕ ਖੂਬੀ ਉਹਦੇ ਵਿੱਚ ਇਹ ਆ, ਉਹ ਇਮਾਨਦਾਰ ਜੀ। ਜਿਹੜੇ ਬੰਦੇ ਦੇ 43 ਕਰੋੜ ਰੁਪਈਆ ਆਪਣਾ ਸਮਾਜ ਵਾਸਤੇ ਸੇਵਾ ਵਾਸਤੇ ਛੱਡ ਦਿੰਦਾ, ਬਾਕੀ ਕੀ ਰਹਿ ਗਿਆ? ਬਿਲਕੁਲ ਜੀ। ਜੀ। 1 ਸਾਲ ਦੀ ਆਮਦਨ ਸੀ ਉਹਦੀ। ਅੱਛਾ ਜੀ। ਜੇ ਕਿਤੇ ਗਰੀਬ ਨੂੰ ਲੋੜ ਹੈ ਤੇ ਉਹਦੀ ਮਦਦ ਕੀਤੀ ਆ ਜੀ। ਜਿਹੜਾ ਸਰਦਾਰ ਭਗਤ ਸਿੰਘ ਦਾ ਖਟਕੜ ਕਲਾਂ ਬਣਾਇਆ ਗਿਆ ਵਾ, ਅਜਾਇਬ ਘਰ ਬਣਾਇਆ ਗਿਆ, ਜਿਹੜਾ ਉੱਥੇ ਜਦੋਂ ਬਿੱਲ ਤਾਰਾ ਸੀ 2 ਲੱਖ ਕੇ 2.5 ਲੱਖ ਬਿੱਲ ਹੀ ਤਾਰਿਆ ਸੀ, ਬਿੱਲ ਭਰ ਕੇ ਆਇਆ ਸੀ ਉੱਥੇ। ਬਿਲਕੁਲ ਜੀ। ਇਸ ਕਰਕੇ ਅੱਜ ਤੱਕ ਕੋਈ ਪੋਲੀਟੀਕਲ ਲੀਡਰ ਵਿਖਾ ਦਿਓ ਜਿਹਨੇ ਆਪਣੀ ਜੇਬ ਦੇ ਵਿੱਚ ਕਿਸੇ ਦੀ ਮਦਦ ਕੀਤੀ ਹੋਵੇ। ਬਿਲਕੁਲ ਜੀ। ਜੀ ਇਹ ਤਾਂ ਮੰਗਦੇ ਰਹਿੰਦੇ ਆ ਪਰ ਲਾਉਂਦਾ ਕੋਈ ਨਹੀਂ।
ਬਿਲਕੁਲ ਦੂਸਰੀ ਚੀਜ਼ ਉਹਦੀ ਜੀ, ਦੂਸਰੀ ਚੀਜ਼ ਉਹ ਇੱਕ ਲੱਛੇਦਾਰ ਤਕਰੀਰ ਕਰਕੇ ਲੋਕਾਂ ਨੂੰ ਬੰਨ੍ਹ ਕੇ ਬਿਠਾਉਣ ਦੀ ਸਮਰੱਥਾ ਰੱਖਦਾ ਜੀ, ਬਿਲਕੁਲ। ਬਾਕੀ ਭਾਵੇਂ ਕੋਈ ਗੁਣ ਹੋਵੇ ਨਾ ਹੋਵੇ, 2 ਗੁਣ ਇਹ ਪੋਲਿਟਿਕਸ ਹੋਵੇ ਬਹੁਤ ਜ਼ਰੂਰੀ, ਜਿਹੜੇ ਸਿੱਧੂ ਤੇ ਹੈਗੇ। ਤੇ ਸਿੱਧੂ ਨੂੰ ਚਾਹੀਦਾ ਕਿ ਹੁਣ ਆਪਣੇ ਕੰਪਿਊਟਰ ਰੂਮ ਚੋਂ ਬਾਹਰ ਆ ਕੇ ਸੜਕਾਂ ਤੇ ਆ ਕੇ ਲੋਕਾਂ ਦੀ ਗੱਲ ਸੁਣੀ, ਲੋਕਾਂ ਨਾਲ ਗੱਲ ਕਰਿਆ ਜੀ। ਅੰਦਰ ਬੈਠਾ ਕੁਛ ਨਹੀਂ ਪੜਨਾ ਸੀ। ਲੇਕਿਨ ਉਹਨਾਂ ਨੇ ਜਿਹੜੇ ਹੁਣ ਮੁੱਦੇ ਠਾਏ ਨੇ, ਉਹਨੇ ਕਿਹਾ 4 ਅਸੀਂ ਵਾਅਦੇ ਕੀਤੇ, ਚਾਹੋ ਇੱਕ ਪੂਰਾ ਨਹੀਂ ਕੀਤਾ, ਸਿਰਫ ਇੱਕ ਵਾਅਦਾ ਕੈਪਟਨ ਸਾਹਿਬ ਜਿਹੜਾ ਵਾਅਦਾ ਕੀਤਾ ਸੀਗਾ, ਸਿੱਧਾ ਦੋਸ਼ ਲਾਤਾ ਉਹਨਾਂ ਤੇ ਜੀ। ਤਾਂ ਮਜੀਠੀਆ ਤੇ ਬਾਦਲਾਂ ਨੂੰ ਬਚਾਉਣਾ ਉਹ ਬਚਾ ਲਿਆ ਤੇ ਆਪਣੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਜੀ ਜੀ, ਬਿਲਕੁਲ ਜੀ। ਸੋ ਸਿੱਧੂ ਤਾਂ ਅੜਿਆ ਹੋਇਆ ਹੈਗਾ ਹੀ ਹੈ ਜੀ ਕੈਪਟਨ ਦੇ ਖਿਲਾਫ, ਤੇ ਬਾਕੀ ਵੀ ਕਹਿੰਦੇ ਮੰਤਰੀ ਤੇ ਵਿਧਾਇਕ ਹੋਰ ਵੀ ਲਾਮਬੱਧ ਹੋਏ ਨੇ, ਤੇ ਹਾਈ ਕਮਾਂਡ ਵੀ ਕੈਪਟਨ ਨੂੰ ਕਹਿੰਦੇ ਸਬਕ ਸਿਖਾਉਣਾ ਚਾਹੁੰਦੀ ਹੈ। ਸੋ ਕੀ ਕੁਛ ਹੋ ਰਿਹਾ ਜੀ ਪੰਜਾਬ ਦੀ ਇਸ ਕਾਂਗਰਸ ਦੇ ਵਿੱਚ ਤੇ ਸਰਕਾਰ ਦੇ ਵਿੱਚ ਜੀ? ਜੇ ਕਿਤੇ ਤੁਸੀਂ ਪਿਛੋਕੜ ਵੇਖੋ ਕਾਂਗਰਸ ਜੀ, ਕਾਂਗਰਸ ਨੇ ਹਰ ਸਟੇਟ ਦੇ ਵਿੱਚ 2 ਪਾਵਰ ਹਾਊਸ ਰੱਖੇ, 2 ਪਾਵਰ। ਬਿਲਕੁਲ ਜੀ, ਬਿਲਕੁਲ ਜੀ। ਪਹਿਲਾ ਪਾਵਰ ਹਾਊਸ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਸੀਗਾ ਜੀ। ਪਹਿਲਾ ਪ੍ਰਤਾਪ ਸਿੰਘ ਬਾਜਵਾ ਵੱਖਰਾ ਸੀ, ਲੇਕਿਨ ਹਾਈ ਕਮਾਂਡ ਦੇ ਉੱਤੇ ਇਹ ਸਾਰੇ ਇਕੱਠੇ ਹੋ ਗਏ ਇੱਕ ਮੰਚ ਦੇ ਜੀ। ਮੈਂ ਜੋ ਮਹਿਸੂਸ ਕਰ ਰਿਹਾ ਕਿ ਜੋ ਕੁਝ ਹੋ ਰਿਹਾ ਹਾਈ ਕਮਾਂਡ ਚ ਹਾਈ ਕਮਾਂਡ ਚੁੱਪ ਕਿਉਂ ਇਸੇ ਕਰਕੇ ਚੁੱਪਾ ਵੀ ਕੈਪਟਨ ਨੂੰ ਥੋੜਾ ਸਬਕ ਸਿਖਾ ਦਿਓ, ਚੰਗੀ ਤਰ੍ਹਾਂ ਬੰਦੇ ਨੂੰ ਪਤਾ ਬਣਾ ਦਿਓ ਵੀ ਇਹ ਪੁੱਠੀ ਕੰਮ ਕਰਦਾ। ਕਿਉਂਕਿ ਜਦੋਂ ਹਰੀਸ਼ ਰਾਵਤ ਇੱਥੇ ਆਏ ਸੀ ਜੀ, ਉਹ ਗੁਣੇ ਹੋਏ ਸਿਆਸਤਦਾਨ ਸੀ, ਉਹਨਾਂ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਸਿੱਧੂ ਦਾ ਤੇ ਕੈਪਟਨ ਦੀ ਜਿਹੜੀ ਸੀ ਉਹ ਆਪਸੀ ਸਮਝੌਤਾ ਹੋ ਜਾਏ। ਬਿਲਕੁਲ ਜੀ। ਸਿੱਧੂ ਬਣ ਗਿਆ, ਲੇਕਿਨ ਕੈਪਟਨ ਸਾਹਿਬ ਆਪਣੀ ਗੱਲ ਤੇ ਅੜੇ ਰਹੇ ਕਿ ਮੈਂ ਆ ਨਹੀਂ ਕਰਨਾ, ਜੋ ਕਰਨਾ ਕਰ ਲਓ ਜੀ। ਹੁਣ ਹਾਈ ਕਮਾਂਡ ਜਿਹੜੇ ਆਦੇਸ਼ਾਂ ਦੇ ਉੱਤੇ, ਹਾਈ ਕਮਾਂਡ ਦੀ ਸ਼ਹਿ ਦੇ ਉੱਤੇ ਸਭ ਕੁਝ ਹੋ ਰਿਹਾ ਵੀ ਹੁਣ ਜੇ 5 ਮੰਤਰੀ ਗਏ ਨੇ, ਉਹ 7 MLA ਗਏ ਨੇ ਤੇ 5 ਮੰਤਰੀ ਲਾਈਨ ਚ ਹੋਰ ਲੱਗੇ ਚੁੱਪ ਬੈਠੇ ਨੇ ਜੀ। ਕੱਲ ਨੂੰ ਉਹ ਵੀ ਕੈਪਟਨ ਦੇ ਖਿਲਾਫ ਬਗਾਵਤ ਕਰ ਸਕਦੇ ਵੀ ਤੇਰੀ ਸਰਕਾਰ ਚ ਨਹੀਂ ਰਹਿਣਾ ਅਸੀਂ। ਬਿਲਕੁਲ ਜੀ। ਫਿਰ ਕਿਹੜੇ ਪਾਸੇ ਕੈਪਟਨ ਨੇ ਜਾਣਾ ਜੀ। ਹਰੀਸ਼ ਰਾਵਤ ਨੇ ਕਹਿਤਾ ਭਾਈ 2 ਦਿਨ ਚੁੱਪ ਕਰੋ, ਮੈਂ ਆਊਂਗਾ, ਗੱਲ ਕਰਾਂਗੇ ਆਪਾਂ। ਉਹ ਸਿਰਫ ਆਪਣੇ ਬੰਦੇ ਨੂੰ ਰੋਕਿਆ ਸੀ ਵੀ ਇਹ ਜਿਹੜੀ ਲਾਈਨ ਹੈ ਨਾ ਬਾਕ ਨਹੀਂ ਨਾ ਟੱਪਣੀ ਨਹੀਂ ਆਪਾਂ ਇੱਥੋਂ, ਬਿਲਕੁਲ ਜੀ, ਅੱਗੇ ਨਹੀਂ ਜਾਣਾ ਜੀ। ਇਸ ਕਰਕੇ ਕੈਪਟਨ ਨੇ ਆਪਣੇ ਪੈਰ ਤੇ ਘੋੜਾ ਨਹੀਂ ਮਾਰਿਆ, ਘੋੜੇ ਤੇ ਪੈਰ ਮਾਰਿਆ। ਤੁਹਾਨੂੰ ਪਤਾ ਹੋਏਗਾ ਜਿੱਦਣ ਮੀਟਿੰਗ ਦੇ ਵਿੱਚ ਜਿਹੜੇ ਸੀ ਜਾਖੜ ਸਾਹਿਬ ਨੇ ਅਸਤੀਫਾ ਦਿੱਤਾ ਜੀ ਨੇ ਕਿ ਛੱਡ ਕੇ ਚੱਲ ਜਾਓ ਤੁਸੀਂ ਜੀ। ਜਾਖੜ ਸਾਹਿਬ ਦਾ ਅਸਤੀਫਾ ਜਿਹੜਾ ਸੀ ਇਹਨਾਂ ਨੇ ਉਦੋਂ ਪਾੜ ਦਿੱਤਾ ਸੀ, ਤੇ ਜਿਹੜਾ ਰੰਧਾਵੇ ਨੇ ਅਸਤੀਫਾ ਦਿੱਤਾ ਸੀ ਗੋਲ ਕਰਕੇ ਜੇਲ੍ਹ ਚ ਪਾ ਲਿਆ ਸੀ। ਅੱਛਾ ਜੀ ਜੀ। ਰੰਧਾਵੇ ਨੇ ਕਹਿ ਦਿੱਤਾ ਕਿ ਮੈਂ ਦਿੱਤਾ ਸੀ ਮੈਂ ਵਾਪਸ ਹੀ ਲਊਂਗਾ, ਕਰਨਾ ਮਨਜ਼ੂਰ ਕਰ ਦਿਓ, ਮੈਨੂੰ ਕੋਈ ਪਰਵਾਹ ਨਹੀਂ ਸੀ, ਲੋਕਾਂ ਜਾਣਾ ਲੋਕਾਂ ਨਾਲ ਗੱਲ ਕਰਾਂਗਾ ਜੀ। ਇਸ ਕਰਕੇ ਕੈਪਟਨ ਸਾਹਿਬ ਤੁਸੀਂ ਬਰੀਆ ਚਾਲਾਂ ਚੱਲ ਸਕਦੇ ਹੋ, ਬੜਾ ਕੁਝ ਕਰ ਸਕਦੇ ਹੋ, ਲੇਕਿਨ ਥੋੜਾ ਜਿਹਾ ਸੋਚ ਵਿਚਾਰ ਕਰੋ ਵੀ ਨਾ ਤੁਸੀਂ ਆਪਣਾ ਨੁਕਸਾਨ ਕਰਦੇ ਤੇ ਪਾਰਟੀ ਦਾ ਨਾਲ ਨੁਕਸਾਨ ਹੋ ਰਿਹਾ ਜੀ। ਬਿਲਕੁਲ ਜੀ ਜੀ। ਸੋ ਪੰਜਾਬ ਸਰਕਾਰ ਨੂੰ ਝਟਕੇ ਲੱਗ ਹੀ ਰਹੇ ਨੇ, ਇਹਨਾਂ ਦੇ ਵਿਧਾਇਕ ਤੇ ਮੰਤਰੀ ਤਾਂ ਆਵਾਜ਼ ਉਠਾ ਹੀ ਰਹੇ ਨੇ। ਇਸੇ ਦੌਰਾਨ ਬਹਿਬਲ ਕਲਾ ਕਾਂਡ ਦੀ ਵੀ ਤਰੀਕ ਪੈ ਗਈ ਜੀ ਫਿਰ ਤੋਂ। ਸੋ ਕਿਵੇਂ ਤਰੀਕ ਪਈ ਹੈ ਤੇ ਕੀ ਹੋਇਆ ਜੀ, ਖਬਰ ਦੱਸੋ ਜਰਾ। ਬਹਿਬਲ ਕਲਾਂ ਕਾਂਡ ਬਾਰੇ ਇਹ ਸੀ ਕਿ 18 ਮਈ ਵਾਲੇ ਦਿਨ ਕੋਈ ਨਾ ਕੋਈ ਕਾਰਵਾਈ ਜਿਹੜੀ ਕੋਈ ਅਗਲਾ ਐਕਸ਼ਨ, ਕੋਈ ਅਗਲਾ ਆਰਡਰ ਆਏਗਾ ਕੋਰਟ ਜੀ। ਲੇਕਿਨ ਫਰੀਦਕੋਟ ਦੀ ਅਦਾਲਤ ਨੇ ਇੱਕ ਗੱਲ ਕਹਿ ਦਿੱਤੀ ਕਿ ਕੋਰੋਨਾ ਕਰਕੇ ਜਿਹੜੇ ਸਾਰੇ ਬੰਦੇ ਹਾਜ਼ਰ ਹੋ ਸਕਦੇ, ਇਸ ਕਰਕੇ ਤਰੀਕ ਪਾਈ ਜਾ ਰਹੀ ਹੈ 4 ਜੂਨ ਤੇ ਜੀ। ਪੋਸੀਬਿਲਿਟੀ ਆ ਕਿ ਉਹ ਜਿਹੜੀ ਅਦਾਲਤ ਹੈ ਉਹ ਕਿਸੇ ਤਰੀਕੇ ਨਾਲ 2 ਸਤੰਬਰ ਤਰੀਕ ਲਗਾਏਗੀ ਘੜਾ ਮਾਲਾ ਕਰਕੇ। ਅੱਛਾ ਜੀ। ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਜਿਹੜੀ ਬਹਿਬਲ ਕਲਾਂ ਦੀ ਹਾਈ ਕੋਰਟ ਤਰੀਕ ਪਈ ਆ ਉਹ 2 ਸਤੰਬਰ ਆ ਜੀ। ਉਹਦੀ ਵੇਟ ਕਰੇਗੀ ਕਿ ਉਹਦਾ ਜਿਹੜਾ ਫੈਸਲਾ ਆਉਂਦਾ ਵਾ ਉਹ ਕੋਟਕਪੂਰੀ ਵਾਂਗ ਆਉਂਦਾ ਕਿਉਂਕਿ ਹੋਰ ਆਉਂਦਾ ਜੀ। ਇਸ ਕਰਕੇ ਉਮੀਦ ਆ ਵੀ 2 ਸਤੰਬਰ ਤੱਕ ਬਹਿਬਲ ਕਲਾਂ ਦੇ ਮਾਮਲੇ 'ਚ ਕੋਈ ਕਾਰਵਾਈ ਹੋਣ ਦੀ ਆਸ ਨਹੀਂ ਕੀਤੀ ਜਾ ਰਹੀ। ਜਿਹੜੇ ਵਿਰੋਧੀ ਨੇ ਬੜੇ ਡਾਢੇ ਨੇ ਜੀ। ਵਿਰੋਧੀ ਜਿਹੜੇ ਸਭ ਨੂੰ ਪਤਾ ਹੋਣ ਦੇ ਬਾਵਜੂਦ ਹੀ ਆਹ ਗੱਲ ਹੋਈ ਆ। ਵਿਰਸਾ ਸਿੰਘ ਵਟੋਆ ਕਹਿ ਰਹੇ ਸੀ, ਕਹਿੰਦੇ ਪੀੜਾ ਕੱਖ ਨਾ ਰਹੇ, ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਜੀ ਕੱਖ ਨਾ ਰਵੇ ਤੇ ਕੱਖ ਰਿਹਾ ਨਹੀਂ ਤਾਂ ਰਹਿ ਕੀ ਗਿਆ। ਬਿਲਕੁਲ ਜੀ। 25 ਸਾਲ ਤੁਸੀਂ ਰਾਜ ਕਰਨ ਦੀ ਗੱਲ ਕਰਦੇ ਸੀ, 25 ਸੀਟਾਂ ਨਹੀਂ ਜਿੱਤ ਸਕੇ। ਬਿਲਕੁਲ ਜੀ। ਇੱਕ ਤੋਂ ਤੁਹਾਡੇ 3 ਅਕਾਲੀ ਦਲ ਬਣ ਗਏ ਜੀ। ਲੋਕੀ ਛੱਡ ਰਹੇ ਉਹਨਾਂ ਦੇ ਸਮਝ ਪਤਾ ਨਹੀਂ ਹੋਰ ਕੀ ਬਣਨਾ ਵਾ।
ਜੀ ਜੀ। ਇਸ ਕਰਕੇ ਜਿਹੜੀ ਗੱਲ ਮੈਂ ਆਪ ਹੀ ਕਹੀ ਉਹ ਪੂਰੀ ਹੋ ਰਹੀ। ਗੁਰੂ ਪਾਤਸ਼ਾਹ ਦਾ ਇੱਕ ਰਿਕਾਰਡ ਆ ਪਿਛਲਾ ਇਤਿਹਾਸ ਸੁਣ ਕੇ ਦੇਖੋ, ਜਿਹਦੇ ਵੀ ਇੱਥੇ ਵਧੀਕੀ ਕੀਤੀ ਆ, ਗੁਰੂ ਜਿਹੜਾ ਵਾ ਉਹ 60 ਨਹੀਂ ਮਾਰਦਾ, ਨਾ ਲੱਠ ਮਾਰਦਾ, ਉਹ ਸਿਰਫ ਮੱਤ ਮਾਰਦਾ। ਹਾਂਜੀ ਹਾਂਜੀ ਬਿਲਕੁਲ ਜੀ ਜੀ। ਸੋ ਸੁਰਜੀਤ ਪਾਤਰ ਜੀ ਜਿਵੇਂ ਲਿਖਦੇ ਆ ਕਿ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦੇ ਸੁੱਕ ਗਏ। ਸੋ ਤਰੀਕਾਂ ਪੈਂਦੀਆਂ ਨੇ ਅਦਾਲਤਾਂ ਦੇ ਵਿੱਚ, ਪਰ ਕਰੀਏ ਕੀ, ਸਾਡਾ ਭਾਰਤੀ ਜਿਹੜਾ ਸਿਸਟਮ ਹੈ ਉਹੀ ਇੱਦਾਂ ਦਾ। ਖੈਰ ਹੁਣ ਆਪਾਂ ਅਗਲੀ ਖਬਰ ਵੱਲ ਵਧਾਂਗੇ ਅਤੇ ਖਬਰ ਹੈ ਕਿ ਜਥੇਦਾਰ ਅਕਾਲ ਤਖਤ ਅਮਰੀਕਾ ਵਾਪਸ ਪਰਤੇ। ਜਥੇਦਾਰ ਵੇਦਾਂਤੀ ਦੇ ਘਰ ਜਾ ਕੇ ਜਿਹੜਾ ਉਹਨਾਂ ਨੇ ਦੁੱਖ ਵੀ ਪ੍ਰਗਟਾਵਾ ਕੀਤਾ। ਸੋ ਕਿੱਧਰੋਂ ਵਾਪਸ ਆਏ ਸੀਗੇ ਅਤੇ ਕਿੱਧਰ ਜਾ ਗਏ ਨੇ ਤਖਤ ਦੇ ਜਥੇਦਾਰ ਸਾਹਿਬ ਜੀ। 1 ਮਈ ਨੂੰ ਜਿਹੜੀ ਗੁਰੂ ਤੇਗ ਬਹਾਦਰ ਸ਼ਾਹ ਦੀ ਪ੍ਰਕਾਸ਼ ਉਤਸਵ ਸ਼ਤਾਬਦੀ ਸੀ ਜੀ, ਜਿਹਨੇ ਜਥੇਦਾਰ ਸਾਹਿਬ ਦੇ ਸ਼ਤਾਬਦੀ ਚ ਭਾਗ ਲਿਆ ਸਮਾਗਮ ਦੇ ਵਿੱਚ ਜੀ, ਤੇ ਰਾਤ ਨੂੰ ਜਹਾਜ਼ ਫੜਿਆ ਤੇ ਅਮਰੀਕਾ ਪਹੁੰਚ ਗਏ ਜੀ। ਉੱਥੇ ਲਬਾਣਿਆਂ ਦਾ ਗੁਰਦੁਆਰਾ ਸੀ, ਉੱਥੇ ਕੋਈ ਸੈਮੀਨਾਰ ਸੀ ਭਾਗ ਲੈਣਾ ਸੀ ਜੀ। ਉਹਨਾਂ ਦੀਆਂ ਸੀਟਾਂ ਜਿਹੜੀਆਂ ਸੀ 16 ਤਰੀਕ ਤੱਕ ਵਾਪਸੀ ਦੀਆਂ ਬੁੱਕ ਕੀਤੇ ਤੇ ਜਹਾਜ਼ ਬੰਦ, ਜਹਾਜ਼ ਕਿਵੇਂ ਆਏ ਇਹਦੇ ਬਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਜੀ। ਲੇਕਿਨ ਇਹ ਜਾਣਕਾਰੀ ਮਿਲੀ ਕਿ ਕੱਲ ਸ਼ਾਮੀ ਉੱਥੇ ਪੁੱਜੇ ਤੇ ਹਵਾਈ ਅੱਡੇ ਦਿੱਲੀ ਤੇ ਉੱਥੋਂ ਰਾਤੋਂ ਰਾਤ ਹੀ 3 ਵਜੇ ਅੰਮ੍ਰਿਤਸਰ ਪਹੁੰਚ ਗਏ ਜੀ। ਸਵੇਰੇ ਉਹ ਅੱਜ ਗਏ ਨੇ ਜਥੇਦਾਰ ਵੇਦਾਂਤੀ ਦੇ ਘਰ ਅਫਸੋਸ ਕਰਨ ਵਾਸਤੇ, ਤੇ ਉਹਨਾਂ ਦੇ ਅਫਸੋਸ ਕਰਨ ਤੋਂ ਬਾਅਦ ਉਹਨਾਂ ਇੰਨੀ ਗੱਲ ਕਹੀ ਕਿ ਦੇਖੋ ਜਥੇਦਾਰ ਵੇਦਾਂਤੀ ਕੀ ਸੁਧਾਰਨ ਵਿਅਕਤੀ ਨਹੀਂ ਸੀ, ਸੰਸਥਾ ਸੀ ਆਪਣੇ ਆਪ ਦੇ ਵਿੱਚ। ਬਿਲਕੁਲ ਜੀ। ਜਥੇਦਾਰ ਵੇਦਾਂਤੀ ਦੇ ਟਾਈਮ ਦੇ ਉੱਤੇ ਤੁਸੀਂ ਇਹ ਵੇਖੋ ਜੀ, ਆਮ ਤੌਰ ਤੇ ਸਿਰਫ ਤਨਖਾਹ ਲਾਈ ਜਾਂਦੀ ਹੈ, ਸਜ਼ਾ ਦੇ ਜੀ ਅਕਾਲ ਤਖਤ ਤੋਂ। ਲੇਕਿਨ ਜਥੇਦਾਰ ਵੇਦਾਂਤੀ ਦੇ ਸਨਮਾਨ ਤੇ ਵੀ ਲੋਕ ਕੀਤੇ ਜਿਹੜੇ ਚੰਗੇ ਕੰਮ ਕਰਦੇ। ਅੱਛਾ ਜੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਕਹਿੰਦੇ ਸੀ ਸ਼ਹੀਦੀ ਦੀ ਐਲਾਨ ਜਿਹੜਾ ਸੀ ਉਹਨਾਂ ਦੇ ਟਾਈਮ ਤੇ 2005 ਚ ਹੋਇਆ ਸੀ। ਅੱਛਾ ਜੀ। ਉਹਨਾਂ ਨੇ ਐਲਾਨ ਕੀਤਾ, ਨਹੀਂ ਤੇ ਜਿਹੜੇ ਸੀ ਦਮਦੀ ਵੀ ਵਾਲੇ ਨਹੀਂ ਸੀ ਮੰਨਦੇ। ਅੱਛਾ ਜੀ। ਸਤ ਜਨਤਾ ਨੇ ਜੀ ਉਹ ਲਿਖਤੀ ਪੜਤੀ ਤੌਰ ਤੇ ਬਕਾਇਦਾ ਤੌਰ ਤੇ ਟਕਸਾਲ ਨਾਲ ਗੱਲ ਕਰਕੇ ਬਾਕੀ ਸੰਸਥਾਵਾਂ ਨਾਲ ਗੱਲ ਕਰੇ। ਵੇਦਾਂਤੀ ਸਾਹਿਬ ਨੇ 6 ਜੂਨ 2005 ਨੂੰ ਅਨਾਉਂਸ ਕੀਤਾ ਕਿ ਸਟੇਜ ਤੋਂ ਪਿਛਾਂਦੀ ਨੂੰ। ਬਿਲਕੁਲ ਜੀ। ਇਹ ਵੀ ਉਹਨਾਂ ਦੇ ਖਾਤੇ ਚ ਗਿਆ, ਜਿਸ ਕਰਕੇ ਜਿਹੜੇ ਜੈਸਰ ਆਪਣੇ ਇਹ ਨੇ ਬਹਾਦਰ ਸਿੰਘ ਜੀ ਉਹ ਰਾਤ ਆਏ ਜਿਹੜੇ ਉਹ ਵੇਦਾਂਤੀ ਸਾਹਿਬ ਦੇ ਘਰ ਗਏ, ਅਫਸੋਸ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਉਹ ਆਪਣੇ ਸੰਸਥਾ ਸੀ, ਉਹਨਾਂ ਤੇ ਅਸੀਂ ਵਿਚਾਰ ਵਗੈਰਾ ਕਰਾਂਗੇ, ਜੋ ਵੀ ਹੋਇਆ ਉਹਨਾਂ ਤੇ ਅਸੀਂ ਅਗਲੀ ਕਾਰਵਾਈ ਕਰਾਂਗੇ। ਲੇਕਿਨ ਨਾਲ ਉਹਨਾਂ ਅਮਿਤਾਭ ਬੱਚਨ ਦੀ ਜਿਹੜੀ ਗੱਲ ਨਹੀਂ ਕੀਤੀ, ਲੇਕਿਨ ਆਪਾਂ ਗੱਲ ਕਰ ਲੈ ਨਾਲੇ ਜੋ ਵੀ ਹੈ ਜੀ ਜੀ। ਅਮਿਤਾਭ ਬੱਚਨ ਬਾਰੇ ਅਖਬਾਰਾਂ ਲਿਖ ਰਹੀਆਂ ਵੀ ਅਮਿਤਾਭ ਬੱਚਨ ਨੇ ਅਕਾਲ ਤਖਤ ਨੂੰ ਚਿੱਠੀ ਭੇਜੀ। ਅੱਛਾ ਜੀ। ਮੈਂ ਇਹ ਸਪਸ਼ਟ ਕਰ ਦਿਆਂ ਕਿ ਅਮਿਤਾਭ ਬੱਚਨ ਦੀ ਚਿੱਠੀ ਹੋਣ ਲਈ ਇਹ 2011 ਦੀ ਚਿੱਠੀ ਆਈ ਜੀ। ਜਿਹੜੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਗੁਰਿੰਦਰ ਸਿੰਘ ਬਾਵਾ ਇੱਕ ਮੈਂਬਰ ਹੈ ਐਸਜੀਪੀਸੀ ਦਾ ਜੀ, ਸ਼ਰਾਬ ਦਾ ਠੇਕੇਦਾਰ ਆ। ਅੱਛਾ ਜੀ। ਵੱਡਾ ਹੋਟਲ ਉੱਥੇ 2-3 ਉਹਦੇ ਹੈਗੇ ਬੰਬੇ ਦੇ ਵਿੱਚ ਜੀ। ਤੇ ਜੇ ਸ਼ਰਾਬ ਦੇ ਠੇਕੇਦਾਰ ਹੀ ਆਪਾਂ ਮੈਂਬਰ ਬਣਾ ਰਹੇ ਤੇ ਫਿਰ ਕਿਉਂ ਨਹੀਂ ਆਪਾਂ ਚੱਡੇ ਨੂੰ ਬਣਾ ਦਿੰਦੇ ਜੀ ਸ਼ਰਾਬ ਦਾ ਠੇਕੇਦਾਰ ਸੀ। ਬਿਲਕੁਲ ਜੀ ਜੀ। ਉਹ ਚਿੱਠੀ ਲੈ ਕੇ ਆਇਆ ਸੀ, ਉਦੋਂ ਚਿੱਠੀ ਵੀ ਲੈ ਕੇ ਨੇ ਆਪਣੇ ਬੰਦਿਆਂ ਤੇ ਭੇਜੀ ਸੀ, ਬਾਹਰੋਂ ਹੀ ਫੋਨ ਤੇ ਜਿਸ ਤਰ੍ਹਾਂ ਗੱਲ ਕਰਨੀ ਸੀ ਚਿੱਠੀ ਭੇਜ ਰਿਹਾ ਸੀ ਅਮਿਤਾਭ ਬੱਚਨ ਦੀ, ਤੇ ਲਿਖਿਆ ਜੀ ਮੈਂ ਨਿਰਦੋਸ਼ ਜੀ, ਮੈਂ ਕੋਈ ਇਹੋ ਜਿਹੀ ਗੱਲ ਕੀਤੀ, ਮੈਂ ਸਿੱਖੀ ਨੂੰ ਸਮਰਪਿਤ ਹਾਂ, ਮੇਰੀ ਮਾਂ ਸਿੱਖਾਂ ਚ ਆਈ ਹੈ ਜੀ। ਉਹਦੇ ਬਾਰੇ ਕੱਲ ਬੜੀ ਗੱਲਾਂ ਕਰ ਚੁੱਕੇ, ਗੱਲ ਕਰਨ ਦੀ ਲੋੜ ਨਹੀਂ ਜੀ। ਲੇਕਿਨ ਅੱਜ ਵੀ ਅਖਬਾਰਾਂ 'ਚ ਖਬਰ ਲੱਗੀ ਆ ਕਿ ਉਹਦੀ ਚਿੱਠੀ ਆਈ, ਪਰ ਚਿੱਠੀ ਨਵੀਂ ਕੋਈ ਨਹੀਂ ਆਈ। ਮੇਰੀ ਅਕਾਲ ਤੱਕ ਕੋਈ ਪੁੱਛਿਆ ਕਿ ਕੋਈ ਚਿੱਠੀ ਨਹੀਂ ਆਈ, ਲੇਕਿਨ ਪੁਰਾਣੀ ਚਿੱਠੀ 2011 ਦੀ ਪਈ ਹੈ ਜੀ। ਪਰਮਜੀਤ ਸਿੰਘ ਸਰਨਾ ਜਿਹੜੇ ਸ਼੍ਰੋਮਣੀ ਅਕਾਲੀ ਦਿੱਲੀ ਦੇ ਪ੍ਰਧਾਨ ਆ, ਸਾਬਕਾ ਪ੍ਰਧਾਨ ਦਿੱਲੀ ਕਮੇਟੀ ਦੇ ਨੇ ਜੀ, ਜੀਕੇ ਨੇ, ਇਸ ਤਰ੍ਹਾਂ ਕੋਈ ਸੰਸਥਾਵਾਂ ਦੀ ਹੁਣ ਜਿਹੜਾ ਵਾ ਉਹ ਸ਼ੰਕਾ ਜ਼ਾਹਰ ਕੀਤੀ ਆ ਕਿ ਇਹ ਚਿੱਠੀ ਦੇ ਬਿਹਾਵ ਦੇ ਉੱਤੇ ਉਹਨੂੰ ਆਮ ਮਾਫੀ ਦਿੱਤੀ ਜਾਏਗੀ ਬੱਚੇ ਨੂੰ ਜੀ। ਲੇਕਿਨ ਮੈਂ ਸਪਸ਼ਟ ਕਰ ਦਿਆਂ ਜੀ, 2007 ਦੇ ਵਿੱਚ ਜਦੋਂ ਸੌਦਾ ਸਾਹਿਬ ਨੂੰ ਮਾਫੀ ਦੇਣ ਦੀ ਗੱਲ ਚੱਲਦੀ ਸੀ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਕਹਿ ਦਿੱਤਾ ਸੀ ਕਿ ਸਾਡੀ ਪਰੰਪਰਾ ਇਹ ਨਹੀਂ ਜੀ ਵੀ ਤੁਸੀਂ ਚਿੱਠੀ ਲੈ ਕੇ ਆ ਗਏ ਤੁਸੀਂ ਮਾਫੀ ਦੇ ਦਈਏ। ਬਿਲਕੁਲ ਗਲਤ ਗੱਲ। ਬਿਲਕੁਲ ਜੀ ਜੀ।
ਇਹ ਬਿਲਕੁਲ ਪਰੰਪਰਾ ਦਾ ਉਹ ਚਿੱਠੀ ਲਿਖੇ, ਪਹਿਲਾਂ ਲਿਖੇ ਮੇਰੇ ਤੋਂ ਗਲਤੀ ਹੋਈ ਆ, ਮੈਨੂੰ ਗਲਤੀ ਦੀ ਮਾਫੀ ਦਿੱਤੀ ਜਾਵੇ, ਫਿਰ ਬੰਦਾ ਆਪ ਪੇਸ਼ ਹੋਏ, ਫਿਰ ਤੇ ਵਿਚਾਰ ਕਰਾਂਗੇ ਜੀ। ਔਰ ਉਸ ਟਾਈਮ ਤੇ ਜੋਗਿੰਦਰ ਸਿੰਘ ਉਦਾਸੀ ਨੇ ਚਿੱਟੇ ਲਫ਼ਜ਼ਾਂ ਨਾ ਕਰਤਾ, ਭਾਵੇਂ ਉਹਨਾਂ ਨੂੰ ਆਪਣੀ ਸੀਟ ਗੋਣੀ ਪੇਸ਼ ਕਰਕੇ ਜੀ, ਲੇਕਿਨ ਉਹ ਨਹੀਂ ਮੰਨਿਆ। ਲੇਕਿਨ 2015 ਦੇ ਵਿੱਚ ਉਸੇ ਚਿੱਠੀ ਦੇ ਵਿਆਹ ਬਣਾ ਕੇ ਆਧਾਰ ਬਣਾ ਕੇ ਜਿਹੜੀ ਕਿਸੇ ਤਰ੍ਹਾਂ ਮਾਫੀ ਦਿੱਤੀ, ਵਿਰੋਧ ਹੋਇਆ, ਜਹਦਰ ਦੇ ਪੁਤਲੇ ਫੂਕੇ ਗਏ, ਸਾੜੇ ਗਏ, ਬੜਾ ਕੁਛ ਕੀਤਾ ਗਿਆ, ਕੁੱਟੇ ਗਏ ਪੁਤਲੇ, ਮਾਫੀ ਵਾਪਸ ਲੈਣੀ ਚਾਹੀਦੀ। ਬਿਲਕੁਲ ਜੀ। ਹੁਣ ਵੀ ਗਿਆਨੀ ਹਰਪ੍ਰੀਤ ਸਿੰਘ ਇਹ ਗਲਤੀ ਨਾ ਕਰੇ ਜੀ ਕਿ ਉਹਦੇ ਪੇਸ਼ ਹੋਇਆ ਤੋਂ ਬਗੈਰ, ਉਹਦੇ ਆਇਆ ਤੋਂ ਬਗੈਰ ਤੁਸੀਂ ਉਹਨੂੰ ਮਾਫੀ ਦੇ ਦਿਓ। ਇਹ ਕਿਤੇ ਨੂੰ ਲਿਖਿਆ ਕਿ ਇਹਦੇ ਪਿੱਛੇ ਖੜਾ ਕਿਆ ਗੁਰਿੰਦਰ ਸਿੰਘ ਬਾਬਾ ਉਹੀ ਸ਼ਰਾਬ ਦਾ ਠੇਕੇਦਾਰ ਜੀ। ਇਸ ਕਰਕੇ ਜਹੇਦਾਰ ਸਾਹਿਬ ਨੂੰ ਸਾਡੀ ਅਪੀਲ ਆ, ਮਰਿਆਦਾ ਨੂੰ, ਸਿਧਾਂਤ ਤੇ ਪਰੰਪਰਾ ਨੂੰ ਜ਼ਰੂਰ ਧਿਆਨ ਚ ਰੱਖਿਆ ਜਾਵੇ। ਅਸੀਂ ਕਿਸੇ ਹੱਥ ਨਹੀਂ ਕਿ ਮਾਫੀ ਤੁਸੀਂ ਨਾ ਦਿਓ, ਦਿਓ ਜੋ ਮਰਜ਼ੀ ਕਰੋ। ਇਹ ਪਰੰਪਰਾਵਾਂ ਤੇ ਮਰਿਆਦਾ ਜਿਹੜੀ 2007 ਵਾਲੀਆਂ ਨੇ ਜੀ, ਗਿਆਨੀ ਜੋਗਿੰਦਰ ਸਿੰਘ ਵਰਦਾਸੀ ਉਹ ਬਹੁਤ ਅੱਛੀ ਗੱਲ ਜੀ। ਬਿਲਕੁਲ ਜੀ ਜੀ। ਸੋ ਹੁਣ ਚੱਲਾਂਗੇ ਜੀ ਬੰਗਾਲ ਵੱਲ, ਤੇ ਮਮਤਾ ਬੈਨਰਜੀ ਨੂੰ ਪੜ੍ਹਨੇ ਪਾਉਣ ਚੱਲੀ ਸੀ ਭਾਜਪਾ, ਪਰ ਲੱਗਦਾ ਹੈ ਮਮਤਾ ਬੈਨਰਜੀ ਨੇ ਹੀ ਉਲਟਾ ਇਹਨਾਂ ਨੂੰ ਪੜ੍ਹਨੇ ਪਾ ਦਿੱਤਾ ਜੀ। ਤੇ ਅੱਗੇ ਦਾ ਵੀ ਭਵਿੱਖ ਨੂੰ ਲੈ ਕੇ ਆਪਾਂ ਕੀ ਕੁਛ ਦੇਖ ਸਕਦੇ ਹਾਂ ਜੀ ਇਸ ਮਾਮਲੇ ਦੇ ਵਿੱਚ? ਵੇਖੋ ਜੀ, ਮਮਤਾ ਬੈਨਰਜੀ ਨੇ ਜਿਸ ਦਿਨ ਸਰਕਾਰ ਬਣਾਈ ਸੀ, ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਉਹਨੇ ਸਾਰਿਆਂ ਨੂੰ ਨਿਕਲ ਕਹਿਤੀ ਸੀ ਇੱਕ ਮੰਚ ਤੇ ਇਕੱਠੇ ਹੋ ਜਾਓ, ਜੇ ਇਸ ਔਗਰੀ ਜੀ ਇਸ ਭਾਜਪਾ ਦੇ ਦੈਨ ਤੋਂ ਤੁਸੀਂ ਬਚਣਾ ਜੀ, ਜੇ ਇਕੱਠੇ ਨਾ ਹੋਏ ਤੇ ਇੱਕ ਇੱਕ ਨੂੰ ਸਾਰਿਆਂ ਨੂੰ ਖਾ ਜਾਣਗੇ ਜੀ। ਉਹਦੇ ਵਿੱਚ ਮੁੜ ਕੇ ਇਹਨਾਂ 12 ਲੀਡਰਾਂ ਨੇ ਚਿੱਠੀ ਲਿਖੀ ਸੀ ਆਪਣੀ ਭਾਜਪਾ ਜੀ। ਉਹ ਚਿੱਠੀ ਇੱਕ ਆਧਾਰ ਬਣ ਗਈ ਵੀ ਹੁਣ ਇਕੱਠੇ ਸੀ ਹੋਣਗੇ, ਬਾਕੀ ਵੀ ਹੋਣਗੇ, ਲੇਕਿਨ ਜੀ ਤਿੰਨ ਇੱਕ ਤੇਲੰਗਾਨਾ ਵਾਲਾ ਤੇ ਆਂਧਰਾ ਵਾਲਾ ਤੇ ਉੜੀਸਾ ਵਾਲਾ ਮੁੱਖ ਮੰਤਰੀ ਸੀ, ਬਾਕੀ ਸਾਰੇ ਆ ਗਏ ਜੀ। ਹੁਣ ਮਮਤਾ ਨੇ ਇੰਨੀ ਗੱਲ ਕੀਤੀ ਕਿ ਤੁਸੀਂ ਸਾਡੇ ਤੇ ਲੀਡਰ ਫੜਿਆ, ਕੋਈ ਗੱਲ ਨਹੀਂ, ਫੜ ਲਓ, ਕੋਈ ਗੱਲ ਜੀ। ਲੇਕਿਨ ਜਿਹੜੇ ਤੁਸੀਂ ਬਾਹਰ ਰੱਖੇ ਸ਼ਬੀਦੂ ਢਾਰੀ ਤੇ ਬਿਨਾਂ ਰਾਏ ਦੂਜਾ, ਬਿਲਕੁਲ ਜੀ, ਉਹਨਾਂ ਦਾ ਤੁਸੀਂ ਕੋ ਰੱਖਿਆ ਜੀ। ਹੁਣ ਉਹ ਇਹ ਗੱਲ ਕਹਿ ਰਹੀ, ਮਮਤਾ ਕਹਿ ਰਹੀ ਹੈ ਵੀ ਜੋ ਰਾਜਪਾਲ ਤੁਹਾਡਾ ਕਰ ਰਿਹਾ ਉਹ ਠੀਕ ਨਹੀਂ ਕਰ ਰਿਹਾ ਜੀ। ਰਾਜਪਾਲ ਆਪਣਾ ਕੰਮ ਕਰੇ, ਤੁਸੀਂ ਘੱਟੋ ਘੱਟ ਸਾਡੇ ਸਪੀਕਰ ਕੋਲੋਂ ਪਰਮਿਸ਼ਨ ਤੇ ਲੈਂਦੇ ਨੇ ਵੀ ਆਹ ਬੰਦੇ ਦੇ ਖਿਲਾਫ ਅਸੀਂ ਕਾਰਵਾਈ ਕਰਨੀ ਹੈ ਜੀ। ਤੁਸੀਂ ਕਹਿੰਦੇ ਗਵਰਨਰ ਕੋਲ ਲਈ ਹੈ, ਗਵਰਨਰ ਤੇ ਸਿਰਫ ਜਿਹੜਾ ਉਹ ਸਰਕਾਰ ਦਾ ਹਮਦਰਦ ਹੁੰਦਾ, ਸਰਕਾਰ ਦਾ ਸਹਿਤ ਹੁੰਦਾ ਜੀ। ਤੁਸੀਂ ਗਲਤ ਕੀਤੀ ਹੈ। ਉਹਦੇ ਵਿੱਚ ਮਮਤਾ ਬੈਨਰਜੀ ਨੇ ਆਪਣਾ ਜਿਹੜਾ ਮੋਰਚਾ ਖੋਲ ਦਿੱਤਾ ਵਾ ਜੀ। ਉਹਨੇ ਕਹਿਤਾ ਕਿ ਹੁਣ ਇਹਨਾਂ ਨੂੰ ਅਸੀਂ ਆਊਟ ਕਰਨਾ, ਤੇ ਉਹਨੇ ਇੱਕ ਗੱਲ ਕਹੀ ਸੀ ਆਪਣੀ ਇਲੈਕਸ਼ਨ ਤੋਂ ਪਹਿਲਾਂ ਵੀ 1 ਲੱਖ ਦੇ ਨਾਲ ਜਿੱਤੂਗੀ ਬੰਗਾਲ ਤੇ 2 ਲੱਖਾਂ ਜਿੱਤੂਗੀ ਦਿੱਲੀ ਜੀ। ਆਉਣ ਵਾਲੇ ਦਿਨਾਂ 'ਚ ਪੋਸੀਬਿਲਿਟੀ ਵੀ ਸ਼ਰਦ ਪਵਾਰ ਨੂੰ ਯੂਪੀ ਦਾ ਜਿਹੜਾ ਉਹ ਚੇਅਰਮੈਨ ਬਣਾ ਦਿੱਤਾ ਜਾਵੇ, ਜੋ ਸ਼ਰਦ ਪਵਾਰ ਨੂੰ ਬਣਾਤਾ ਉਹ ਕਿ ਹੰਡਿਆ ਵੱਡਿਆ ਸਿਆਸਤਦਾਨ ਤੇ ਕਾਂਗਰਸ ਤੋਂ ਗਏ ਸਾਰੇ ਜੀ, ਸਾਰੇ ਕਾਂਗਰਸ ਦੀ ਪ੍ਰਦੇਸ਼ ਨੇ ਜੀ। ਮਮਤਾ ਬੈਨਰਜੀ 1975 ਕੇ 76 ਦੇ ਵਿੱਚ ਕਿ 77 ਦੇ ਵਿੱਚ ਯਾਦ ਨਹੀਂਗਾ ਕਦੋਂ ਇਹ ਜਾ ਕੇ ਜਦੋਂ ਵੈਸੇ ਆਪਣਾ ਜੈ ਪ੍ਰਕਾਸ਼ ਨਾਇਕ ਹਾਂਜੀ ਹਾਂਜੀ ਉਹਦੀ ਕਾਰ ਤੇ ਚੜ ਕੇ ਨੇ ਡਾਂਸ ਕੀਤਾ ਸੀ। ਅੱਛਾ ਜੀ। ਉੱਥੋਂ ਇੰਦਰਾ ਗਾਂਧੀ ਦੇ ਨੋਟਿਸ ਆਈ ਤੇ ਮੁੜ ਕੇ ਕਾਂਗਰਸ ਲੈ ਕੇ ਮੁੜ ਕੇ ਸੂਟ ਦਾ ਪ੍ਰਧਾਨ ਬਣਿਆ, ਫਿਰ ਕਰਦੀ ਮੰਤਰੀ ਸੈਕਟਰੀ ਰਹੀ, ਰੇਲਵੇ ਮੰਤਰੀ ਦੇ ਬੜੇ ਸੁਧਾਰ ਕੀਤੇ, ਫਿਰ ਮੁੜ ਕੇ 98 ਚ ਵੱਖ ਹੋ ਗਈ, ਫਿਰ ਸਰਕਾਰ ਬਣਾਈ, ਬੜਾ ਕੁਝ ਕੀਤਾ ਉਹਨੇ ਜੀ। ਬੜੀ ਮਿਹਨਤੀ ਲੇਡੀ ਹੈ ਬਿਲਕੁਲ ਜੀ। ਔਰ ਜੇ ਕਿਤੇ ਉਹਨਾਂ ਨੇ ਬਾਕੀ ਸਾਰਿਆਂ ਨੇ ਸਾਥ ਦਿੱਤਾ ਤੇ ਵਾਕਿਆ ਉਹ ਦਿੱਲੀ ਤੇ ਆ ਕੇ ਮੋਦੀ ਦੀ ਚੁਣੌਤੀ ਜ਼ਰੂਰ ਦੇਵੇਗੀ ਜੀ ਜੀ। ਸੋ ਮਮਤਾ ਬੈਨਰਜੀ ਤਾਂ ਹਮਲਾਵਰ ਹੋ ਹੀ ਰਹੀ ਹੈ। ਇਸੇ ਦੌਰਾਨ ਭਾਜਪਾ ਵੀ ਨਲਾਇਕੀਆਂ ਛਪਾਉਣ ਲਈ ਟੂਲ ਕਿਟ ਦਾ ਮੁੜ ਤੋਂ ਸਹਾਰਾ ਲੈਣ ਲੱਗੀ ਹੈ ਜੀ। ਇਹ ਕੀ ਮਸਲਾ ਹੋ ਗਿਆ? ਮਾੜੀ ਗੱਲ ਹੈ ਜੀ। ਟੂਲ ਕਿਟ ਇੱਕ ਬਹਾਨਾ ਬਣਾ ਲੈਂਦੇ ਜੀ। ਇਹ ਟੂਲ ਕਿਟ ਹੈ ਜੀ, ਟੂਲ ਕਿਟ ਹੈ ਜੀ। ਇਹ ਕਾਹਦੀ ਟੂਲ ਕਿਟ ਜੀ? ਤੁਸੀਂ ਟੂਲ ਕਿਟ ਦੇ ਬਾਅਦ ਜੀ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦੀ ਤੁਸੀਂ ਟੂਲ ਕਿਟ ਦਾ ਇਸਤੇਮਾਲ ਕਰ ਰਹੇ ਹੋ, ਉਹਦੇ ਖਿਲਾਫ ਪੋਸਟਰ ਲਾ ਰਹੇ ਹੋ ਤੁਸੀਂ ਜੀ, ਉਹਦੇ ਖਿਲਾਫ ਚਿੱਠੀਆਂ ਲਿਖ ਰਹੇ ਹੋ। ਇਹ ਵਿਰੋਧੀ ਧਿਰ ਦੀ ਡਿਊਟੀ ਹੈ ਵੀਰ ਜੀ। ਬਿਲਕੁਲ ਜੀ। ਇਹ ਵਿਰੋਧੀ ਧਿਰ ਦੀ ਡਿਊਟੀ ਹੈ ਵੀ ਉਹ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਵੀ ਲਿਖਿਆ, ਉਹਦੇ ਪੋਸਟਰ ਵੀ ਲਾਏਗਾ ਤੇ ਕੋਈ ਬਿਆਨਬਾਜ਼ੀ ਵੀ ਕਰੇਗਾ ਜੀ। ਹੁਣ ਕਹਿੰਦੇ ਜੀ ਇਹ ਟੂਲ ਕਿਟ ਦੇ ਤਹਿਤ ਤੁਸੀਂ ਕੰਮ ਕਰ ਰਹੇ। ਟੂਲ ਕਿਟ ਕੀ ਇੱਕ ਬਣਾ ਲਿਆ ਉਹਨਾਂ ਨੇ, ਹਥਿਆਰ ਬਣਾ ਲਿਆ ਆਪਣਾ, ਹੈ ਕੀ ਟੂਲ ਕਿਟ ਜੀ? ਅੱਗੇ ਵੀ ਜਿਹੜੀ ਬੀਬੀ ਸੀ ਉਹ ਸਾਊਥ ਦੀ, ਉਹਦੇ ਖਿਲਾਫ ਟੂਲ ਕਿਟ ਦਾ ਤੁਸੀਂ ਕੇਸ ਕਰਕੇ ਕੀ ਖੱਟਿਆ ਤੁਸੀਂ? ਬਿਲਕੁਲ ਜੀ ਜੀ।
ਅਦਾਲਤ ਨੇ ਬਕਾਇਆ ਤੌਰ ਤੇ ਨੂੰ ਜ਼ਮਾਨਤ ਦੇ ਦਿੱਤੀ, ਉਹ ਆਪਣੇ ਘਰ ਚਲੀ ਗਈ। ਉੱਥੇ ਲੋਕ ਤੁਹਾਡੇ ਵਿਰੁੱਧ ਹੋ ਗਏ, ਤਾਂ ਮਤਲਬ ਤੁਸੀਂ ਹਾਰ ਗਏ ਉਹਨਾਂ ਦੇ ਘਰ ਜੀ। ਇਸ ਕਰਕੇ ਇਹ ਟੂਲ ਕਿਟ ਦਾ ਇੱਕ ਨਾਂ ਲੈ ਕੇ ਟੂਲ ਕਿਟ ਨਵਾਂ ਦੇ ਕੇ ਆਪਣੇ ਵਿਰੁੱਧ ਨਾ ਪੀਏ। ਵੇਖੋ ਜੀ ਟੂਲ ਕਿਟ ਹੈ ਜੀ, ਇਹ ਪ੍ਰਧਾਨ ਮੰਤਰੀ ਚਿੱਠੀਆਂ ਲਿਖਦੇ ਜੀ, ਇਹ ਬਦਨਾਮੀ ਕਰਦੇ ਜੀ, ਸਾਡੇ ਇੱਥੇ ਕੋਰੋਨਾ ਕੰਟਰੋਲ ਹੋ ਰਿਹਾ, ਇਹ ਲਾਸ਼ਾਂ ਦਿਖਾਉਂਦੇ ਜੀ, ਲਾਸ਼ਾਂ ਮੀਡੀਆ ਵਿਖਾ ਰਿਹਾ ਜੀ। ਇਸ ਕਰਕੇ ਭਾਜਪਾ ਨੂੰ ਚਾਹੀਦਾ ਕਿ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦੇਵੇ, ਨਾ ਕਿ ਉਹਨਾਂ ਤੇ ਟੂਲ ਕਿਟ ਦਾ ਬਹਾਨਾ ਬਣਾ ਕੇ ਕੋਈ ਨਾ ਕੋਈ ਟਿੱਪਣੀ ਕਰੇ। ਜੀ 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 ਬਿਲਕੁਲ। ਸੋ ਇੱਕ ਖਬਰ ਆਪਾਂ ਖੇਮਕਰਨ ਦੀ ਵੀ ਲੈ ਲਈਏ ਜੀ, ਕਿ ਖੇਮਕਰਨ ਦੀ ਬਜਾਏ ਤਰਨਤਾਰਨ ਤੋਂ ਬੀਬੀ ਪ੍ਰਨੀਤ ਕੌਰ ਕੈਰੋਂ ਚੋਣ ਲੜਨਗੇ ਤੇ ਸਮਝੌਤਾ ਵੀ ਹੋ ਗਿਆ ਅਕਾਲੀ ਦਲ ਦਾ ਵਿਰਸਾ ਸਿੰਘ ਬਲਟੋਹਾ ਦੇ ਨਾਲ। ਸੋ ਕਿਵੇਂ ਹੋਇਆ ਜੀ ਇਹ ਸਮਝੌਤਾ? ਇਹ ਬਿਲਕੁਲ ਆਪਾਂ ਬੜੇ ਵਿਸਤਾਰ ਦੇ ਨਾਲ ਇਹ ਖਬਰ ਲਾਈ ਸੀ, ਕੀਤੀ ਸੀ ਆਪਾਂ ਜੀ, ਕਿ ਅੱਜ ਦੀ ਡੇਟ ਦੇ ਵਿੱਚ ਵੀ ਅਕਾਲੀ ਦਲ ਬਾਦਲ ਜਿਹੜਾ ਵਾਕਈ ਪਰਿਵਾਰ ਦਾ ਅਕਾਲੀ ਦਲ ਬਣਦਾ ਚਲਾ ਗਿਆ ਜੀ। ਕਿਉਂਕਿ ਪਿੱਛੇ ਜੇ ਜਦੋਂ ਸੁਖਬੀਰ ਸਿੰਘ ਬਾਦਲ ਨੇ ਅਨਾਉਂਸ ਕਰਨੀ ਸੀ ਟਿਕਟ ਬਲਟੋਏ ਨੂੰ ਵਿਰਸਾ ਬਲਟੋਹਾ ਨੂੰ ਖੇਮਕਰਨ ਤੋਂ ਜੀ, ਤੇ ਜਿਹੜੇ ਪੱਟੀ ਤੋਂ ਉਮੀਦਵਾਰ ਸੀ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਾਦਲ ਸਾਹਿਬ ਦੇ ਰਿਸ਼ਤੇਦਾਰ ਸੁਖਬੀਰ ਸਾਹਿਬ ਦੇ ਜੀਜਾ ਜੀ, ਉਹਨਾਂ ਜਾ ਕੇ ਖੇਮਕਰਨ ਦੇ ਏਰੀਏ 'ਚ ਕਹਿਤਾ ਸੀ ਕਿ ਅਸੀਂ ਅਗਲੀ ਇਲੈਕਸ਼ਨ ਇੱਥੋਂ ਲੜਾਂਗੇ ਜੀ। ਉਹਦੇ ਤੇ ਬੜਾ ਕੁਛ ਹੋਇਆ ਸੀ, ਬਲਟੋਏ ਨੇ ਬੜੇ ਬਿਆਨ ਦਿੱਤੇ ਸੀ, ਮੇਰੀ ਟਿਕਟ ਨੂੰ ਐਲਾਨ ਕਰਨਗੇ। ਵਾਕਿਆ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤੀ ਜੀ, ਲੇਕਿਨ ਇੰਝ ਲੱਗਦਾ ਸੀ ਵੀ ਪੱਟੀ ਤੋਂ ਲੜਨਗੇ ਆਦੇਸ਼ ਪ੍ਰਤਾਪ ਕੈਰੋਂ ਜਾਂ ਉਹਨਾਂ ਦੀ ਵਾਈਫ ਪ੍ਰਨੀਤ ਕੌਰ, ਬਾਦਲ ਸਾਹਿਬ ਦੀ ਬੇਟੀ ਸੁਖਬੀਰ ਦੀ ਭੈਣ ਜੀ, ਜਾਂ ਪ੍ਰਨੀਤ ਕੌਰ ਜਿਹੜੀ ਖੇਮਕਰਨ ਤੋਂ ਲੜੇਗੀ ਜਾਂ ਪੱਟੀ ਤੋਂ ਲੜੇਗੀ, ਦੋਵੇਂ ਸੀਟਾਂ ਲੜਨਗੇ ਜੀ। ਲੇਕਿਨ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਜੀ ਮੇਰੀ ਭੈਣ ਆ ਜੀ, ਮੈਂ ਉਹਦੇ ਘਰ ਜਾ ਕੇ ਬੇਨਤੀ ਕਰੂੰਗਾ ਕਿ ਜੇ ਕੋਈ ਗੱਲ ਉਹਨਾਂ ਤੇ ਰਗੜਾ ਤਗੜਾ ਕਰ ਤੇ ਮੈਂ ਉਹਨਾਂ ਨੂੰ ਸਮਝੌਤਾ ਕਰੂੰਗਾ ਜੀ। ਗੱਲ ਕੀ ਹੋਈ ਸੀ 2017 ਦੇ ਵਿੱਚ ਉਹਨਾਂ ਨੇ ਇੱਕ ਸ਼ੰਕਾ ਪ੍ਰਗਟ ਕੀਤਾ ਸੀ ਕਿ ਵਿਰਸਾ ਸਿੰਘ ਬਲਟੋਹਾ ਨੇ ਆਦੇਸ਼ ਪ੍ਰਤਾਪ ਕੈਰੋਂ ਨੂੰ ਹਰਾਉਣ ਵਾਸਤੇ ਉੱਥੇ ਹਰਮਿੰਦਰ ਸਿੰਘ ਗਿੱਲ ਦੀ ਮਦਦ ਕੀਤੀ, ਕਾਂਗਰਸੀ ਉਮੀਦਵਾਰ ਦੀ ਮਦਦ ਕੀਤੀ। ਅੱਛਾ ਜੀ। ਜਿਹਦੇ ਕਰਕੇ ਆਦੇਸ਼ ਪ੍ਰਤਾਪ ਕੈਰੋਂ ਨੂੰ ਜਾ ਕੇ ਬਿਆਨ ਦੇਣਾ ਪਿਆ। ਅੱਛਾ ਜੀ। ਹੁਣ ਇੰਝ ਲੱਗਦਾ ਵੀ ਵਿਰਸਾ ਸਿੰਘ ਬਲਟੋਹਾ ਜਾ ਕੇ ਭੈਣ ਤੇ ਭਾਈਏ ਦੇ ਪੈਰ ਫੜ ਚੁੱਕਾ ਵਾ ਤੇ ਉਹਨਾਂ ਨੇ ਕਹਿਤਾ ਚਲ ਕੋਈ ਗੱਲ ਨਹੀਂ ਜੀ। ਹੁਣ ਜਿਹੜੇ ਹਰਮੀਤ ਸਿੰਘ ਸੰਧੂ ਜੀ, ਜਿਹਨੂੰ ਪਹਿਲੀ ਇਲੈਕਸ਼ਨ ਆਜ਼ਾਦ ਤੌਰ ਤੇ ਲੜਾਈ ਸੀ ਆਦੇਸ਼ ਪ੍ਰਤਾਪ ਦੇ ਪਿਤਾ ਸਰਦਾਰ ਸੁਰਿੰਦਰ ਸਿੰਘ ਕੈਰੋਂ ਨੇ ਤੇ ਜਿੱਤਿਆ ਸੀ ਉੱਥੋਂ ਇਲੈਕਸ਼ਨ ਤਰਨਤਾਰਨ ਜੀ, ਉਹਨਾਂ ਦੇ ਨਾਲ ਦਾ ਹਲਕਾ ਖਡੂਰ ਸਾਹਿਬ ਖਾਲੀ ਹੋ ਗਿਆ ਕਿਉਂਕਿ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਛੱਡ ਕੇ ਆਪਣਾ ਅਕਾਲੀ ਦਲ ਬਣਾ ਲਿਆ ਹੁੰਦਾ ਜੀ। ਹਰਮੀਤ ਸਿੰਘ ਸੰਧੂ ਨੂੰ ਐਲਾਨ ਕਰ ਦਿੱਤਾ ਗਿਆ ਵਾ ਵੀ ਉਹ ਖਡੂਰ ਸਾਹਿਬ ਤੋਂ ਉਮੀਦਵਾਰ ਹੋਣਗੇ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਉਹ ਪੱਟੀ ਤੋਂ ਉਮੀਦਵਾਰ ਹੋਣਗੇ। ਅੱਛਾ ਜੀ। ਤਰਨਤਾਰਨ ਖਾਲੀ ਹੋ ਗਿਆ। ਹੁਣ ਇੰਝ ਲੱਗਦਾ ਵੀ ਬੀਬੀ ਪ੍ਰਨੀਤ ਕੌਰ ਹੁਣ ਖੇਮਕਰਨ ਦੀ ਬਜਾਏ ਜਿਹੜੀ ਉਹ ਤਰਨਤਾਰਨ ਤੋਂ ਚੋਣ ਲੜੇਗੀ। ਅੱਛਾ ਜੀ। ਅਫਸੋਸ ਹੈ ਕਿ ਜੇ ਆਪਣੇ ਪਰਿਵਾਰ ਲਈ ਚੋਣਾਂ ਲੜਨੀਆਂ ਛੱਡ ਦਿਓ ਤੇ ਸਿਆਸਤ ਕਰਨੀ ਕੀ ਸਿੱਧੇ ਕਬਜ਼ਾ ਕਰ ਲਓ ਕੀ ਕਰਦੇ ਹੋ ਬੜਾ ਜੀ। ਤੇ ਬਲਟੋਹਾ ਜੀ ਫਿਰ ਕਿੱਧਰ ਲੜਨਗੇ? ਨਹੀਂ ਬਲਟੋਹਾ ਨੂੰ ਦੇਖਤਾ ਖੇਮਕਰਨ ਜੀ ਜੀ। ਬਲਟੋਏ ਦੇ ਖੇਮਕਰਨ ਤੋਂ ਉਹ ਪਿਛਲੀ ਵੀ 2 ਵਾਰੀ ਇੱਥੇ ਐਮਐਲਏ ਬਣ ਚੁੱਕੇ ਨੇ, ਸ਼ਾਇਦ 1 ਵਾਰੀ ਹਾਰੇ ਨੇ ਉੱਥੇ। ਅੱਛਾ ਜੀ। ਤੇ ਬਲਟੋਹਾ ਸਾਹਿਬ ਉਦੋਂ ਬਲਟੋਹਾ ਕੋਸੀ ਹੁੰਦੀ ਮੁੜ ਕੇ ਬਦਲ ਕੇ ਖੇਮਕਰਨ ਬਣ ਗਈ ਤੇ ਉਹਨਾਂ ਦੀ ਅਨਾਉਂਸਮੈਂਟ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੀ ਬਲਟੋਹਾ ਸਾਹਿਬ ਸਾਡੇ ਇੱਥੋਂ ਉਮੀਦਵਾਰ ਹੋਣਗੇ ਜੀ। 2 ਦਿਨ ਪਹਿਲਾਂ ਆਦੇਸ਼ ਪ੍ਰਤਾਪ ਕਹਿ ਕੇ ਆਇਆ ਸੀ ਕਿ ਇੱਥੋਂ ਲੋਕ ਚੋਣ ਹੈ ਕਿ ਅਸੀਂ ਲੜਾਂਗੇ ਜੀ। ਉਦੋਂ ਬਲਟੋਹਾ ਸਾਹਿਬ ਬੜੇ ਤਿਲ ਮਨਾਏ ਸੀ, ਬੜੀ ਲੰਮੀ ਚੌੜੀ ਉਦੋਂ ਵੀ ਗੱਲ ਕੀਤੀ ਸੀ। ਲੇਕਿਨ ਹੁਣ ਬਲਟੋਹਾ ਸਾਹਿਬ ਨੇ ਕਿਹਾ ਸੀ ਮੈਂ ਜਾ ਕੇ ਆਦੇਸ਼ ਪ੍ਰਤਾਪ ਕਹਿ ਰਹੇ ਉਹਨੂੰ ਬੀਬੀ ਪ੍ਰਨੀਤ ਕੌਰ ਨੂੰ ਘਰ ਜਾ ਕੇ ਮਿਲੂੰਗਾ ਜੇ ਕੋਈ ਗਲਤੀ ਤੇ ਮਾਫੀ ਮੰਗੂਗਾ। ਬਿਲਕੁਲ ਜੀ, ਬਿਲਕੁਲ ਜੀ 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 ਜੀ। ਹੁਣ ਅਕਾਲੀ ਦਲ ਨੇ ਵੰਡ ਕਰ ਲਈ, ਬਲਟੋਏ ਨੂੰ ਉੱਥੋਂ ਅਨਾਉਂਸ ਕਰਤਾ, ਖੇਮਕਰਨ ਤੋਂ ਪੱਟੀ ਤੋਂ ਕਰਤਾ ਆਦੇਸ਼ ਪ੍ਰਤਾਪ ਨੂੰ, ਖਡੂਰ ਸਾਹਿਬ ਤੋਂ ਕਾਤਲ ਤਰਨਤਾਰਨ ਤੋਂ ਉਮੀਦਵਾਰ ਸੀ ਹਰਮੀਤ ਸੰਧੂ ਨੂੰ ਕਰਤਾ। ਜੀ ਜੀ ਜੀ। ਤਰਨਤਾਰਨ ਖਾਲੀ ਹੋ ਗਈ। ਤਰਨਤਾਰਨ ਤੋਂ ਹੁਣ ਆ ਕੀਤੀ ਜਾਂਦੀ ਕਿ ਉੱਥੋਂ ਬੀਬੀ ਪ੍ਰਨੀਤ ਕੌਰ ਜਿਹੜੀ ਚੋਣ ਲੜੇਗੀ ਤੇ ਤਰਨਤਾਰਨ ਦੇ ਪਹਿਲੀ ਵਾਰੀ ਹਰਮੀਤ ਸੰਧੂ ਜਿਤਾਇਆ ਵੀ ਇਹਨਾਂ ਦੇ ਆਦੇਸ਼ ਪ੍ਰਤਾਪ ਦੇ ਫਾਦਰ ਸੁਰਿੰਦਰ ਸਿੰਘ ਕੈਰੋਂ ਨੇ ਸੀ। ਜੀ 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 ਬਿਲਕੁਲ ਜੀ ਜੀ। ਸੋ ਇਕੱਠੇ ਪੈਦਾ ਹੋਏ ਤੇ ਇਕੱਠੇ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ ਜੁੜਵਾ ਭਰਾ। ਜੀ 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 ਜੀ। ਹਾਂਜੀ। ਇਹ ਕੌਣ ਸੀ ਜੁੜਵਾ ਭਰਾ? ਇਹ ਵੀ ਇੱਕ ਕਿਸ਼ਤਿਆਂ ਦੀ ਗੱਲ ਹੈ ਜੀ। ਇਹ ਕੋਈ ਛੋਟੀ ਜਿਹੀ ਤਾਂ ਗੱਲ ਨਹੀਂ, ਇਹ ਮੇਰਠ ਦੀ ਗੱਲ ਹੈ ਜੀ, ਮੇਰਠ। ਅੱਛਾ ਜੀ।
ਮੇਰਠ ਹੁੰਦਾ ਤੇ ਉੱਤਰ ਪ੍ਰਦੇਸ਼ ਹੁੰਦਾ ਵਾ ਜੀ। 24 ਸਾਲ ਪਹਿਲਾਂ ਇਹ ਦੋਵੇਂ ਭਰਾ ਜੋੜੇ ਪੈਦਾ ਹੋਏ ਜੀ। ਦੂਸਰੇ ਭਰਾ ਦਾ ਸਿਰਫ 3 ਮਿੰਟ ਦਾ ਫਰਕ ਸੀਗਾ ਜੀ। ਇਹ ਉਹਨਾਂ ਦੀ ਮਾਂ ਨੇ ਦੱਸਿਆ ਜੀ। ਇਹ ਜੰਮੇ ਨਹੀਂ ਇਕੱਠੇ ਜੀ ਤੇ ਇਕੱਠਿਆਂ ਨੂੰ ਇਹਨਾਂ ਨੂੰ ਕਰੋਨਾ ਹੁੰਦਾ ਵਾ। ਅੱਛਾ ਜੀ। ਤੇ ਜਦੋਂ ਇਹ 10 ਮਈ ਨੂੰ ਇਹ ਕਰੋਨੇ ਨਾਲ ਲੜ ਕੇ ਜੰਗ ਲੜ ਕੇ ਘਰ ਆਉਂਦੇ ਤੇ ਖੁਸ਼ ਹੁੰਦੇ, ਲੇਕਿਨ ਕਰੋਨਾ ਦੇ ਪ੍ਰਭਾਵ ਤੇ ਇਹਨਾਂ ਤੇ ਹੈਗਾ ਸੀਗਾ ਜੀ। ਤੇ 13 ਤੇ 14 ਤਰੀਕ ਨੂੰ ਦੋਵਾਂ ਦਾ ਦਿਹਾਂਤ ਹੋ ਜਾਂਦਾ ਜੀ। 13-14 ਦੀ ਰਾਤ ਦੋਵੇਂ ਇਕੱਠੇ ਜਾਂਦੇ ਜੀ। ਇਕੱਠੇ ਪੈਦਾ ਹੋਏ, ਇਕੱਠੇ ਇਸ ਦੁਨੀਆ ਤੋਂ ਰੁਖਸਤ ਹੋਏ। ਇਹ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਜ਼ਿੰਦਗੀ 'ਚ ਕਿਤੇ ਘੱਟ ਹੀ ਬਹੁਤ ਵਾਪਰਦੀਆਂ। ਬਿਲਕੁਲ ਜੀ। ਦੋਵੇਂ ਇੰਜੀਨੀਅਰ ਜੀ। ਦੋਵੇਂ ਕੰਪਿਊਟਰ ਇੰਜੀਨੀਅਰ ਸੀ। ਉਹਦੇ ਮਾਂ ਤੇ ਪਿਓ ਨੇ ਕਿਹਾ ਵੀ ਸਾਨੂੰ ਖੁਸ਼ੀ ਵੀ ਦੋਵਾਂ ਦੀ ਇਕੱਠੀ ਆਈ ਸੀ ਤੇ ਕਮੀ ਦੋਵਾਂ ਦੀ ਇਕੱਠੀ ਆਈ। ਜੀ ਜੀ। ਤੇ ਉਮਰ ਵਿੱਚ ਸਿਰਫ 24 ਸਾਲ, ਮਤਲਬ ਭਰ ਜਵਾਨੀ। ਜੀ ਭਰ ਜਵਾਨੀ। ਜੀ 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 ਬਿਲਕੁਲ ਜੀ। ਸੋ ਬਹੁਤ ਮਾੜੀ ਖਬਰ ਹੈ ਜੀ। ਇੱਦਾਂ ਦਾ ਜੇ ਸਾਨੂੰ ਨਾ ਕੁਝ ਸੁਣਨ ਨੂੰ ਮਿਲੇ, ਇਸ ਤਾਂ ਇਹੀ ਆਸ ਕਰਾਂਗੇ। ਸੋ ਜਾਂਦੇ ਜਾਂਦੇ ਇਜ਼ਰਾਈਲ ਤੋਂ ਕੁਝ ਭਾਰਤੀ ਲਵਾ ਰਹੇ ਹਨ ਮਨ ਘੜਤ ਖਬਰਾਂ। ਸੋ ਅਭੀ ਬਾਜਵਾ ਨੇ ਇਹ ਗੱਲ ਕਹੀ ਹੈ ਜੀ। ਕੌਣ ਨੇ ਅਭੀ ਬਾਜਵਾ ਤੇ ਕਿਉਂ ਉਹਨਾਂ ਨੂੰ ਇਹ ਗੱਲ ਕਹਿਣੀ ਪੈ ਗਈ? ਇੱਕ ਭਾਸਕਰ 'ਚ ਖਬਰ ਛਪੀ ਸੀਗੀ, ਭਾਵੇਂ ਉਹ ਪੱਤਰਕਾਰ ਨੇ ਕਿਹਾ ਵੀ ਅਸੀਂ ਉਸ ਬੰਦੇ ਦੇ ਹਵਾਲੇ ਦਾ ਖਬਰ ਲਾਈ ਜੀ, ਲੇਕਿਨ ਅਭੀ ਬਾਜਵਾ ਵੀ ਸਾਡੇ ਜਿਹੜੇ ਸਮਾਦਾਨ ਦੇ ਰੋਜ਼ ਦੇ ਜਿਹੜੇ ਲਿਸਟਰ ਨੇ ਸਾਡੇ। ਅੱਛਾ ਜੀ। ਉਹਨਾਂ ਨੇ ਮੈਨੂੰ ਇਜ਼ਰਾਈਲ ਤੋਂ ਫੋਨ ਕੀਤਾ ਸੀ, ਪੱਟੀ ਸਾਹਿਬ ਦੀ ਸਾਡੀ ਵੀ ਖਬਰ ਪਹੁੰਚਾ ਦਿਓ ਜੀ। ਕੁਛ ਲੋਕ ਜਿਹੜੇ ਨੇ ਇੱਥੇ ਜਾਣ ਬੁੱਝ ਕੇ ਬਦਨਾਮੀ ਦਾ ਟਿੱਕਾ ਕੱਟ ਰਹੇ ਨੇ ਜੀ। ਇਜ਼ਰਾਈਲ ਦੇ ਨਾਲ ਤੇ ਗਾਜ਼ਾ ਪੱਟੀ ਦੀ ਲੜਾਈ ਜ਼ਰੂਰ ਹੈਗੀ, ਕੋਈ ਸ਼ੱਕ ਵਾਲੀ ਗੱਲ ਨਹੀਂ ਲੜਾਈ ਹੈਗੀ, ਲੇਕਿਨ ਕੱਲ ਤੱਕ ਉਹਨਾਂ ਦੀ ਲੜਾਈ ਖਤਮ ਹੋ ਜਾਏਗੀ। ਮਿਸਰ ਨੇ ਸਮਝੌਤਾ ਕਰਾਤਾ ਉਹਨਾਂ ਦਾ, ਕੱਲ ਤੱਕ ਲੜਾਈ ਖਤਮ ਹੋ ਜਾਏਗੀ ਜੀ। ਲੇਕਿਨ ਪ੍ਰਬੰਧ ਉਹਨਾਂ ਨੇ ਕੀਤੇ ਵੀ ਤੁਹਾਨੂੰ ਜਦੋਂ ਸਾਈਲਰ ਵਾਇਦਾ ਤੇ 15 ਸੈਕਿੰਡ ਹਰ ਘਰ ਦੇ ਵਿੱਚ ਬੰਕਰ ਬੜੇ ਪੱਕੇ ਬੰਕਰ ਲਾ ਦਿੱਤੇ ਉਹਨਾਂ ਨੇ। ਜੀ 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 ਜੀ। ਉਹ ਬੰਕਰ ਚ ਵੜ ਕੇ 15 ਸੈਕਿੰਡ ਦੇ ਵਿੱਚ ਜੀ। ਜੇ ਲੜਾਈ ਲੱਗੀ ਤੇ ਪ੍ਰਬੰਧ ਵੀ ਕੀਤੇ ਆ ਜੀ। ਇੱਥੋਂ ਤੱਕ ਕਿ ਵੀ ਉੱਥੇ ਜਿਹੜੇ ਸਾਡੇ ਲੋਕ ਜਾਂਦੇ ਉਹ ਜਾਰੇ ਕੇਅਰ ਟੇਕਰ ਹੁੰਦੇ ਜੀ, ਬਜ਼ੁਰਗਾਂ ਦੀ ਸਿਹਤ ਸੰਭਾਲ ਕਰਦੇ, ਉਹ 1500 ਮਹੀਨਾ ਜਾਂਦੇ ਰਹਿੰਦੇ। ਤੇ ਜਿਹੜੇ ਉੱਥੇ ਬੰਦੇ ਜਿਹੜੇ ਸਾਡੇ ਲੋਕ ਜਾਂਦੇ ਨੇ ਬਹੁਤ ਘੱਟ ਲੋਕ ਜਾਂਦੇ, ਸਿਟੀਜ਼ਨਸ਼ਿਪ ਦਿੰਦੇ ਹੀ ਕਿਸੇ ਨੂੰ ਨਹੀਂ ਉੱਥੇ ਜੀ। ਜਿਹੜੇ ਬੰਦੇ ਉੱਥੇ ਬਾਕੀ ਕੋਈ ਹੋਰ ਕੰਮ ਕਰਦੇ 3-3, 4-4 ਹਜ਼ਾਰ ਜ਼ਿਆਦਾ ਮਹੀਨੇ ਕਮਾਉਂਦੇ ਜੀ। 5 ਰੁਪਏ ਦਾ ਕਿਲੋ ਤੁਹਾਨੂੰ ਦੁੱਧ ਮਿਲ ਜਾਂਦਾ ਉੱਥੇ। ਜੀ ਜੀ ਜੀ। ਇੰਨੀਆਂ ਚੀਜ਼ਾਂ ਸਸਤੀਆਂ ਨੇ। ਉਹ ਕਹਿੰਦੇ ਵੀ ਜੇ ਲੜਾਈ ਲੱਗੀ ਤੇ ਪ੍ਰਬੰਧ ਪੂਰੇ ਕੀਤੇ ਆ। ਜੇ ਮਹੱਲਿਆਂ ਦੀ ਗੱਲ ਤੋਂ ਤੇ ਮਹੱਲਾ ਵਾਈਜ਼ ਉਹਨਾਂ ਬੰਕਰ ਬਣਾਏ ਬਕਾਇਆ ਤੌਰ ਤੇ ਵੀ 15 ਸੈਕਿੰਡ ਤੁਸੀਂ ਉਹਨਾਂ ਚ ਵੜ ਜਾਓ ਬੰਕਰ, ਤੁਹਾਡੀ ਕੁਛ ਨਹੀਂ ਲੱਗੂਗਾ। ਜੀ ਜੀ ਜੀ। ਜੇ ਕੋਈ ਜ਼ਹਿਰੀਲੀ ਗੈਸ ਛੜੇ ਉਹਨੂੰ ਸਾਫ਼ ਕਰਨ ਵਾਸਤੇ ਉਹਨਾਂ ਦੇ ਉਸ ਵੇਲੇ ਪ੍ਰਬੰਧ ਹੈ ਕਿ ਮਿੰਟੋ ਮਿੰਟ ਜੀ। ਉਹ ਕਹਿੰਦੇ ਵੀ ਉਹਨਾਂ ਦੇ ਬੱਚੇ ਜਿਹੜੇ ਆ ਜਦੋਂ ਪੈਦਾ ਹੁੰਦੇ ਬੱਚਿਆਂ ਨੂੰ ਕੋਈ ਪ੍ਰਵਾਨ ਕਰਦੇ ਚਲਾਉਂਦੇ ਆ, ਇੱਥੋਂ ਤੱਕ ਕਿ 13 ਸਾਲ ਤੱਕ ਬੱਚੇ ਨੂੰ ਖੁੱਲਾ ਛੱਡ ਦਿੰਦੇ ਜੀ। 13 ਸਾਲ ਤੱਕ ਜਿਹੜਾ ਬੱਚਾ ਪੜ੍ਹਦਾ ਵੀ ਜਿਸ ਪਾਸੇ ਧਿਆਨ ਹੋਵੇ ਉਹਨੂੰ ਚੁੱਕ ਲੈਂਦੇ, ਫਿਰ ਉਸੇ ਪਾਸੇ ਪਾ ਦੇ ਤੂੰ ਆ ਕੰਮ ਜੀ। ਤੇ ਸਾਡੇ ਲੋਕ ਉੱਥੇ ਖਾਂਦੇ ਵੀ ਤੇ ਜਿਹੋ ਜਿਹੀ ਗਲਤ ਖਬਰਾਂ ਉਹਦੇ ਨਾਲ ਲਵਾਉਣ ਉੱਤੇ ਬਦਨਾਮੀ ਦੇਸ਼ ਦੀ ਹੁੰਦੀ ਆ, ਸਾਡੀ ਵੀ ਹੁੰਦੀ ਆ। ਸਾਡੇ ਲੋਕ ਤੇ ਬੜੇ ਘੱਟ ਸਿੱਖ ਤੇ ਬਹੁਤ ਘੱਟ, ਸਿੱਖ ਬਹੁਤ ਘੱਟ ਜੀ। ਸਭ ਤੋਂ ਜ਼ਿਆਦਾ ਬੰਦੇ ਹੈਗੇ। ਮਾਲਪੁਰ ਦਾ ਬੰਦਾ, ਉਹਨੇ ਖਬਰ ਲਾਈ, ਉਹਨੇ ਕਿ ਖਬਰ ਬਿਲਕੁਲ ਗਲਤ ਆ, ਕੋਈ ਉੱਥੇ ਖਤਰਾ ਨਹੀਂ, ਸਾਰੇ ਖਤਰੇ ਚੱਲੇ ਨੇ, ਸਰਕਾਰ ਪੂਰੇ ਪ੍ਰਬੰਧ ਕਰਦੀ ਆ। ਉਹ ਕਹਿੰਦਾ ਫਾਰ ਐਗਜ਼ਾਮਪਲ ਤੁਸੀਂ ਉੱਥੇ ਨਜਾਇਜ਼ ਰਹਿ ਰਹੇ ਹੋ। ਅੱਛਾ ਜੀ। ਨਜਾਇਜ਼ ਤੁਸੀਂ ਰਹਿ ਰਹੇ ਹੋ, ਤੁਸੀਂ ਕਿਸੇ ਫੈਕਟਰੀ 'ਚ ਕੰਮ ਕੀਤਾ ਇਹਨਾਂ ਜੀ। ਉਹਨਾਂ ਪਹਿਲਾਂ ਤੁਹਾਡਾ ਪੂਰਾ ਉਹ ਫੈਕਟਰੀ ਕੋਲ ਹਿਸਾਬ ਕਰਾਉਣਾ, ਤੁਹਾਨੂੰ ਪੂਰੇ ਪੈਸੇ ਦੇਣੇ ਤੇ ਫਿਰ ਰਿਪੋਰਟ ਕਰਨਾ ਤੁਹਾਨੂੰ ਉਹਨਾਂ ਨੂੰ ਜੀ। ਇਹ ਨਹੀਂ ਕਰ ਫਾਇਦੇ ਤੋਂ ਜੇਲ੍ਹ ਛੁੱਟ ਕੇ ਨਾ, ਪਹਿਲਾਂ ਤੁਹਾਨੂੰ ਪੂਰਾ ਉਹਨਾਂ ਨੇ ਫੜ ਲਿਆ, ਉਹਨੇ ਕਹਿਣਾ ਕਿ ਠੀਕ ਹੈ ਹਿਸਾਬ ਕਰੋ ਇਹਨਾਂ ਦਾ, ਜਿਹੜੇ ਪੈਸੇ ਬਣਦੇ ਫਿਰ ਰਿਪੋਰਟ ਕਰੋ ਇਹਨਾਂ ਜੀ। ਇਹ ਉਹਦੇ ਦੇਸ਼ ਦੇ ਵਿੱਚ ਇੱਥੇ ਇੰਨੀਆਂ ਸਹੂਲਤਾਂ ਹੁਣ ਸਾਨੂੰ ਹੁਣ ਇੰਨਾ ਨਾਜ ਸਸਤਾ ਆਵੇ, ਦੁੱਧ ਸਸਤਾ ਆਵੇ, ਖਾਣ ਪੀਣ ਸਸਤਾ ਚੀਜ਼ਾਂ ਹੋਣ, ਚੰਗੇ ਮਕਾਨ ਹੋਣ, ਚੰਗਾ ਵਾਤਾਵਰਨ ਹੋਵੇ, ਤੇ ਜੇ ਉਹ ਦੇਸ਼ ਦੀ ਬਦਨਾਮੀ ਕਰੀਏ ਤੇ ਸਾਡੇ ਤੇ ਕਲੰਕ ਕਹਿ ਸਕਦੇ ਅਸੀਂ ਆਪਣੇ ਵੀਰਾਂ ਨੂੰ ਕਿਹਦੇ ਉੱਥੇ ਹੈਗੇ ਆ। ਮਾਲਪੁਰ ਦੇ ਵੀਰ ਨੂੰ ਕਿਵੇਂ ਇਹੋ ਜਿਹੀਆਂ ਖਬਰਾਂ ਦਿੱਤੀਆਂ ਭੱਜੀਆਂ ਨਾ ਦੋ। ਇਹ ਅਭੀ ਬਾਜਵਾ ਨੇ ਕੋਈ ਬਕਾਇਦਾ ਤੌਰ ਤੇ ਸਵੇਰੇ ਫੋਨ ਕਰਕੇ ਦਿੱਤੀ ਇਨਫੋਰਮੇਸ਼ਨ, ਅਸੀਂ ਅਭੀ ਬਾਬ ਦਾ ਅਭਿਆਸ ਤੇ ਗੱਲ ਕਰ ਰਹੇ ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ, ਖਬਰਾਂ ਦੇ ਬਾਰੇ ਇੰਨੀ ਗੱਲਬਾਤ ਕਰਨ ਦੇ ਲਈ, ਸਾਰੀ ਪੜਚੋਲ ਦੇ ਲਈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸ਼ੁਕਰੀਆ ਜੀ।
ਸੋ ਸਰੋਤਿਓ ਹੁਣ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵੱਲ ਵਧਾਂਗੇ ਅਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਹਾਜ਼ਰ ਰਹਿਣਗੇ ਬਖਤੌਰ ਸਿੰਘ ਢਿੱਲੋਂ ਜੀ, ਜੋ ਖਬਰਾਂ ਦੀ ਪੜਚੋਲ ਕਰਨਗੇ ਅਤੇ ਅਗਲੀ ਗੱਲਬਾਤ ਕਰਨਗੇ। ਸੋ ਜਲਦ ਹੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। क्षमादान